श्री नानक अंगद गुरु अमरदास पद बंद। रामदास अर्जन गुरु बाल श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिना जीते पंच विकार। तिन संतन का बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह। विघ्न विनाशन सोए। अंकारा सतगुरु ते प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जीओ। बोलते ऊंचे बैल हटावत। कारा गृह बाजार को जावत। चौकीदार सिपाही खरे। गुर की लोथ बिलोकन करे। बोलते ऊंचे बैल हटावत। वाहिगुरु जी का खालसा वाहिगुरु जी की फतेह। धन धन सतगुरु श्री गुरु तेग बहादुर साहब महाराज जी दे महान पावन पवित्र बंदगी अस्थानां ते श्री गुरु ग्रंथ साहब महाराज जी की हजूरी दे अंदर सुंदर दीवान सजे हुए हैं। आप सिख संगतां महाराज दे पावन अस्थानां की यात्रा करके सतगुरां दे दरबारां दे विच हाजरियां भर के लाहा प्राप्त कर रहे हो। चल रहे लड़ीवार इतिहास की कथा जिस विच गुरु तेग बहादुर साहब महाराज सच्चे पातशाह जी के जीवन की कथा आपां लंबे समय तो सरवण कर रहे सी। महाराज के शहीदी के प्रसंग सरवण किए हैं। सतगुरु महाराज का सीस तो भाई जाता जी आनंदपुर साहब नूं लैके चल पए ने। धड़ गुरां दा चांदनी चौक विच पिया है। औरंगजेब ने ढंडोरा भी पटाया भी कोई सिख आके लै जाओ संस्कार करो। पर डरदियां कोई दिल्ली का सिख अगे नहीं आया भी किते सानू भी जान के साडी निशानदेही करके परिवार दे समेत खत्म कराउंदा होवे। दिल्ली दे रहण वाला लखी शाह बनजारा सिख उन्होंने खबर हुई दर्शन करके गया पहला महाराज दे स्वरूप दे। उस तो बाद सतगुरां दे धड़ की सेवा संभाल दे लई इन्हें तैयारी आरंभी है। उधर गुरु तेग बहादुर साहब महाराज भी सचखंड विच प्रवेश कर गए ने। सारी दिल्ली दे विच हाहाकार मची है। देवतियां ने सतगुरां दी जय जयकार कही है। लखी शाह बनजारे का 10,000 गड्ढा चलता सी। व्यापारी सी तगड़ा। इन्हें जुगत बनाई भी सरकार दे कोल कुछ ना कुछ समान देण जाते रहिंदे। कोई फौजां वास्ते कोई लूण कोई चूना आटा आदि जुगत बना के 600-700 गड्ढा तैयार किया।
ਕੁਝ ਵਿੱਚ ਲੂਣ ਰਖਾਇਆ, ਕੁਝ ਵਿੱਚ ਆਟਾ, ਕੁਝ ਵਿੱਚ ਰੂੰ ਭਰਿਆ। ਚਾਂਦਨੀ ਚੌਂਕ ਬਾਜ਼ਾਰ ਦੇ ਵਿੱਚ ਕੁਝ ਗੱਡੇ ਪਹਿਲਾਂ ਭੇਜ ਕੇ ਖੜੇ ਕਰ ਦਿੱਤੇ ਦੋਵੇਂ ਪਾਸੇ। ਫਿਰ ਆਪ ਨਿਗਮ ਬੋਧ ਘਾਟ ਜਮਨਾ ਦੇ ਕਿਨਾਰੇ ਤੇ ਕੰਢੇ ਕੰਢੇ ਤੇ ਚੱਲਦਿਆਂ ਹੋਇਆਂ ਉੱਥੇ ਤੇ ਪਹੁੰਚਿਆ। ਉੱਥੋਂ ਸਿੱਧਾ ਰਸਤਾ ਚਾਂਦਨੀ ਬਾਜ਼ਾਰ ਨੂੰ ਆਉਂਦਾ ਸੀ। ਉਧਰ ਨੂੰ ਆ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮੈਂ ਧੜ ਲਿਜਾ ਕੇ ਉਹਦਾ ਸੰਸਕਾਰ ਕਰਾਂ। ਸਤਿਗੁਰਾਂ ਦੇ ਧੜ ਦੀ ਸਰੀਰ ਦੀ ਸੇਵਾ ਦੇ ਵਾਸਤੇ ਜਦੋਂ ਤੁਰਿਆ, ਹਨੇਰੀ ਵਗ ਰਹੀ ਸੀ। ਇੱਕ ਤਾਂ ਪਹਿਲਾਂ ਜਦੋਂ ਦੀ ਮਹਾਰਾਜ ਦੀ ਸ਼ਹਾਦਤ ਹੋਈ ਹੈ, ਦਿੱਲੀ ਦੇ ਵਿੱਚ ਹਨੇਰੀ ਵਗ ਰਹੀ ਹੈ, ਘੱਟਾ ਮਿੱਟੀ ਉੱਡ ਰਿਹਾ ਹੈ, ਲੋਕ ਘਰਾਂ ਵਿੱਚ ਵੜ ਗਏ ਨੇ। ਹਾਲਾਂ ਸੂਰਜ ਦਾ ਸਮਾਂ ਹੈਗਾ ਸੀ, ਪਰ ਪਹਿਲਾਂ ਹੀ ਹਨੇਰਾ ਜਿਹਾ ਹੋ ਗਿਆ। ਕੁਝ ਬਲਦਾਂ ਦੇ ਚੱਲਣ ਕਰਕੇ ਧੂੜ ਅਸਮਾਨ ਦੇ ਵਿੱਚ ਛਾ ਗਈ। ਚੱਲਦਿਆਂ ਹੋਇਆ ਜਦੋਂ ਬਾਜ਼ਾਰ ਦੇ ਪਾਸ ਆਏ ਤਾਂ ਉਸ ਵੇਲੇ ਲੋਕ ਵੀ ਬਲਦ ਗੱਡੇ ਆਉਂਦੇ ਵੇਖ ਕੇ ਆਪੋ ਆਪਣਾ ਬਚਾਅ ਕਰਨ ਦੇ ਲਈ ਜਿਹੜੇ ਕੋਈ ਰਾਹ ਵਿੱਚ ਬਾਜ਼ਾਰ ਵਿੱਚ ਫਿਰ ਰਹੇ ਸਨ, ਉਹ ਵੀ ਪਾਸਿਆਂ ਨੂੰ ਹੋ ਗਏ ਹਨ। ਹੁਣ ਜਿੱਥੇ ਮਹਾਰਾਜ ਦਾ ਧੜ ਪਿਆ ਹੈ, ਜਿਵੇਂ ਉੱਥੇ ਪਹੁੰਚ ਕੇ ਜਿਵੇਂ ਮਹਾਰਾਜ ਸਾਹਿਬ ਦੇ ਸਰੀਰ ਨੂੰ ਲੱਦ ਕੇ ਗੱਡਾ ਭਜਾ ਕੇ ਸਭ ਤੋਂ ਅੱਗੇ, ਬਾਕੀ ਗੱਡੇ ਬਾਅਦ ਵਿੱਚ, ਲੱਖੀ ਸ਼ਾਹ ਵਣਜਾਰਾ ਮਹਾਰਾਜ ਦੇ ਪਾਵਨ ਸਰੀਰ ਦੀ ਸੇਵਾ ਕਰਕੇ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦਾ ਹੈ। ਜਿਵੇਂ ਔਰੰਗਜ਼ੇਬ ਬਾਦਸ਼ਾਹ ਦਾ ਸੁੱਤੇ ਹੋਏ ਦਾ ਮੰਜਾ ਭਾਈ ਮਤੀ ਦਾਸ ਸ਼ਹੀਦ ਮੁੱਧਾ ਕਰਦਾ ਹੈ, ਇਹ ਕਥਾ ਆਪਾਂ ਅੱਜ ਸਰਵਣ ਕਰਾਂਗੇ। ਨਾਲ ਹੀ ਅਰਦਾਸ ਹੋਏਗੀ ਮਹਾਰਾਜ ਸਾਹਿਬ ਜੀ ਦੇ ਜੀਵਨ ਦੀ ਕਥਾ ਦੀ ਸਮਾਪਤੀ ਦੀ। ਆਓ ਇਕਾਗਰਤਾ ਬਖਸ਼ੋ। ਸ਼ਹੀਦ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਆਪਣੇ ਹਿਰਦੇ 'ਚ ਵਸਾਓ। ਧਿਆਨ ਧਰੋ, ਗੁਰਾਂ ਦਾ ਬੰਦਗੀ ਕਰਦੇ ਹੋਇਆਂ ਦਾ ਰਸਨਾ ਕਰੋ, ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲਤ ਉੱਚੇ ਬੈਲ ਹਟਾਵਤ। ਜਦੋਂ ਭਾਈ ਲੱਖੀ ਸ਼ਾਹ ਵਣਜਾਰਾ ਇਹਦੇ 600-700 ਦੇ ਕਰੀਬ ਗੱਡੇ ਹੋਣੇ ਨੇ ਤੇ ਉਸ ਪਾਸੇ ਨੂੰ ਬਲਦ ਲੈ ਕੇ ਆ ਰਹੇ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧੜ ਹੈ। ਸਿੱਧੇ ਬਾਜ਼ਾਰ ਆ ਲਾਏ ਵੇਖ ਕੇ ਲੋਕ ਇੱਧਰ ਉੱਧਰ ਨੂੰ ਹੋ ਗਏ ਹਨ, ਆਪੋ ਆਪਣਾ ਬਚਾਉਂਦੇ ਨੇ। ਤੇ ਬੋਲਤ ਉੱਚੇ ਬੈਲ ਹਟਾਵਤ, ਉੱਚੀ ਉੱਚੀ ਬੋਲਦੇ ਹਨ, ਬਲਦਾਂ ਨੂੰ ਹਟਾਉਂਦੇ ਹਨ। ਗ੍ਰਹਿ ਬਾਜ਼ਾਰ ਕੋ ਜਾਵਤ। ਅੱਜ ਜੋ ਚਾਂਦਨੀ ਚੌਂਕ ਦਾ ਬਾਜ਼ਾਰ ਹੈ, ਉਸ ਬਾਜ਼ਾਰ ਦੇ ਵਿੱਚ ਹੀ ਜਿੱਥੇ ਕਾਰਾਗ੍ਰਹਿ, ਜਿੱਥੇ ਕੋਤਵਾਲੀ ਸੀ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ, ਉਹ ਜੋ ਸ਼ਹੀਦੀ ਅਸਥਾਨ ਹੈ ਉਸ ਕੋਤਵਾਲੀ ਦਾ ਹਿੱਸਾ ਹੀ ਹੈ। ਉਹਦੇ ਨਾਲ ਦੇ ਹਿੱਸੇ ਵਿੱਚ ਹੀ ਮਹਾਰਾਜ ਦਾ ਉਹ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ, ਜੋ ਬਾਅਦ ਵਿੱਚ ਖਾਲਸੇ ਨੇ ਬਾਬਾ ਬਘੇਲ ਸਿੰਘ ਜੀ ਨੇ ਪ੍ਰਗਟ ਕੀਤੇ ਅਸਥਾਨ। ਉਸ ਪਾਸੇ ਨੂੰ ਸਿੱਧਿਆਂ ਲੈ ਕੇ ਬਲਦਾਂ ਨੂੰ, ਗੱਡਿਆਂ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਜਾ ਰਿਹਾ ਸੇਵਕਾਂ ਸਮੇਤ। ਚੌਂਕੀਦਾਰ ਸਿਪਾਹੀ ਖਰੇ। ਆ ਪਹਿਰਾ ਦੇਣ ਵਾਸਤੇ, ਕਿਉਂਕਿ ਬਾਦਸ਼ਾਹ ਨੇ ਕਿਹਾ ਸੀ ਵੀ ਸੀਸ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਲੱਭ ਰਿਹਾ, ਪਹਿਲਾਂ ਹੀ ਇਹ ਨਾ ਹੋਵੇ ਵੀ ਕੋਈ ਧੜ ਵੀ ਬਿਨਾਂ ਜਾਣਕਾਰੀ ਤੋਂ ਹੀ ਲੈ ਜਾਵੇ, ਤੇ ਪਹਿਰਾ ਸਖਤ ਕਰ ਦਿਓ। ਚੌਂਕੀਦਾਰ, ਪਹਿਰੇਦਾਰ ਮਹਾਰਾਜ ਦੇ ਧੜ ਦੀ ਰਖਵਾਲੀ ਵਾਸਤੇ ਖਲੋਤੇ ਹਨ। ਗੁਰ ਕੀ ਲੋਥ ਬਿਲੋਕਨ ਕਰੇ। ਤੇ ਧਿਆਨ ਦੇ ਵਿੱਚ ਗੁਰਾਂ ਦਾ ਸਰੀਰ ਹੈ, ਧੜ ਹੈ, ਵੀ ਮਤਾਂ ਕਿਤੇ ਕੋਈ ਇਸ ਨੂੰ ਵੀ ਲੈ ਜਾਵੇ। ਕਹੇ ਸ਼ਾਹੋ ਕੇ ਨਹਿ ਸੰਸਕਾਰੀ। ਔਰੰਗਜ਼ੇਬ ਬਾਦਸ਼ਾਹ ਨੇ ਭਾਵੇਂ ਕਹਿਆ ਵੀ ਹੈ ਢੰਡੋਰਾ ਫੇਰ ਕੇ ਸਾਰੇ ਸ਼ਹਿਰ ਵਿੱਚ ਵੀ ਕੋਈ ਸਿੱਖ ਆ ਕੇ ਸੰਸਕਾਰ ਕਰ ਲਓ, ਪਰ ਉਹਨਾਂ ਨੂੰ ਬਾਦਸ਼ਾਹ ਦੀ ਨੀਤ ਤੇ ਭਰੋਸਾ ਨਹੀਂ ਹੈ ਵੀ ਇਹ ਗਲਤ ਬੰਦਾ ਹੈ, ਵੀ ਇਹ ਨਾ ਹੋਵੇ ਵੀ ਅਸੀਂ ਆਖੀਏ ਵੀ ਅਸੀਂ ਮਹਾਰਾਜ ਦੇ ਸਰੀਰ ਦਾ ਸੰਸਕਾਰ ਕਰਾਂਗੇ, ਫਿਰ ਸਾਨੂੰ ਵੀ ਫੜ ਕੇ ਨਾਲ ਹੀ ਮਾਰਦਾ ਹੋਵੇ। ਇਸ ਡਰ ਦੇ ਨਾਲ ਔਰੰਗਜ਼ੇਬ ਵੱਲੋਂ ਜੋ ਇਹ ਪ੍ਰਸਤਾਵ ਕੀ ਦਿੱਤਾ ਗਿਆ, ਜੋ ਮਨਿਆਦੀ ਵਾਲੇ ਨੇ ਸਾਰੇ ਸ਼ਹਿਰ ਵਿੱਚ ਢੰਡੋਰਾ ਪਿੱਟਿਆ ਵੀ ਜੇ ਕੋਈ ਸਿੱਖ ਗੁਰੂ ਦਾ ਸੰਸਕਾਰ ਕਰਨਾ ਚਾਹੁੰਦਾ ਹੈ ਤਾਂ ਅੱਗੇ ਆ ਕੇ ਦੱਸੋ ਵੀ ਮੈਂ ਸਿੱਖ ਹਾਂ। ਪਰ ਕਿਸੇ ਨੇ ਵੀ ਬਾਦਸ਼ਾਹ ਦੀ ਗੱਲ ਦਾ ਭਰੋਸਾ ਨਾ ਕਰਕੇ
ਇਹ ਧੜ ਦਾ ਸੰਸਕਾਰ ਨਾ ਕੀਤਾ। ਛਪ ਕੇ ਲੇਹ ਨਾ ਸੇ ਰਖਵਾਰੀ। ਆ ਛਪ ਕੇ ਲੇਹ ਨਾ ਸੇ ਰਖਵਾਰੀ, ਕਹਿੰਦੇ ਵੀ ਉਹ ਜਿਹੜੇ ਸਿਪਾਹੀ ਇਸੇ ਕਰਕੇ ਰਾਖੀ ਕਰਦੇ ਨੇ ਵੀ ਸਾਹਮਣੇ ਆ ਕੇ ਤਾਂ ਕੋਈ ਸਰੀਰ ਲੈ ਕੇ ਨਹੀਂ ਗਿਆ। ਇਦਾਂ ਨਾ ਹੋਵੇ ਵੀ ਲੋਕ ਛਿਪ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਕੋਈ ਲੈ ਜਾਵੇ। ਹੋਰੋ ਦਿਵਸ ਰਹਿਓ ਤਬ ਆਏ। ਜਿਸ ਵੇਲੇ ਭਾਈ ਲਖੀ ਸ਼ਾਹ ਵਣਜਾਰਾ ਇੱਥੇ ਆਏ ਨੇ, ਦਿਨ ਥੋੜਾ ਹੀ ਰਹਿ ਗਿਆ ਹੈ, ਪਿਛਲਾ ਜਿਹਾ ਪੈਰ ਚੱਲ ਰਿਹਾ ਸੀ, ਕੁਝ ਘੜੀਆਂ ਦਿਨ ਬਾਕੀ ਰਿਹਾ ਏ। ਭਈ ਭੀੜ ਬ੍ਰਿਖ ਪਨ ਸਮੁਦਾਏ। ਬਹੁਤ ਜ਼ਿਆਦੀ ਭੀੜ ਹੋ ਗਈ ਹੈ ਬਲਦਾਂ ਦੀ, ਗੱਡਿਆਂ ਦੀ। ਇਹ ਤੋਤ ਕਰਤ ਬ੍ਰਿੰਦ ਬਨ ਜਾਰੇ। ਸੋ ਇਹ ਵਣਜਾਰੇ ਜਿਹੜੇ ਨੇ ਨਾ ਬਹਾਨੇ ਦੇ ਨਾਲ ਉਹ ਮੌਕਾ ਵੀ ਤਾਂ ਲੱਭਣਾ ਹੈ। ਐਵੇਂ ਵੀ ਲਿਖਿਆ ਖੋਲ ਕੇ ਗਿਆਨੀ ਗਿਆਨ ਸਿੰਘ ਜੀ ਨੇ ਵੀ ਪਹਿਲਾਂ ਸਿੱਧਾ ਇਹ ਚਲੇ ਗਏ ਅੰਦਰ ਰਸਦ ਦੇਣ, ਵੀ ਰਸਦ ਤਾਂ ਦਿੰਦੇ ਹੀ ਸੀ, ਤਾਂ ਬਹਾਨਾ ਬਣਾ ਕੇ ਵੀ ਅੱਜ ਤੁਹਾਡੀ ਰਸਦ ਲੈ ਕੇ ਆਏ ਆ, ਕੁਝ ਆਟਾ ਚੂਨਾ ਆਦਿਕ ਜਾਂ ਹੋਰ ਲੂਣ ਆਦਿਕ ਉਹ ਸਿੱਧਾ ਦੇ ਕਰਕੇ ਸਰਕਾਰ ਨੂੰ। ਤਾਂ ਫਿਰ ਉਧਰੋਂ ਵਾਪਸ ਆ ਰਹੇ ਸਨ ਚਾਂਦਨੀ ਚੌਂਕ ਵੱਲ, ਇੱਥੋਂ ਸਿੱਧਾ ਜਮਨਾ ਵਾਲੇ ਪਾਸੇ ਨੂੰ ਆਪਣਾ ਇਹਨਾਂ ਨੇ ਮੂੰਹ ਕੀਤਾ ਹੈ। ਤੇ ਗੱਡਿਆਂ ਨੂੰ ਕਦੀ ਇੱਧਰ ਕਰਦੇ ਕਦੀ ਉੱਧਰ ਕਰਦੇ ਹਨ ਕਿ ਭੀੜ ਭੜੱਕਾ ਜਿਹਾ ਹੋ ਜਾਵੇ, ਲੋਕ ਜਿਹੜੇ ਨੇ ਸਿਪਾਹੀ ਖਲੋਤੇ ਨੇ ਉਹ ਪਰਾਂ ਦੇ ਹੋ ਜਾਣ ਤੇ ਸਾਨੂੰ ਸਰੀਰ ਸਾਂਭਣ ਦਾ ਮੌਕਾ ਮਿਲੇ। ਪਹੁੰਚੇ ਗੁਰ ਧਾਰ ਜਾਏ ਨਿਹਾਰੇ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਰੀਰ ਹੈ, ਇੱਥੇ ਪਹੁੰਚ ਕੇ ਜਦੋਂ ਵਣਜਾਰੇ ਤਾਂ ਮੌਕਾ ਵੇਖਦੇ ਹਨ। ਮਿਲ ਬੈਲਨ ਤਹਿ ਲਾਓ ਚੱਲ ਗਏ। ਬਲਦਾਂ ਦੇ ਨਾਲ ਮਿਲ ਕੇ ਉੱਥੋਂ ਤੀਕਰ ਪਹੁੰਚ ਗਏ ਨੇ ਜਿੱਥੇ ਚਾਂਦਨੀ ਚੌਂਕ ਦੇ ਵਿੱਚ ਗੁਰਾਂ ਦਾ ਧੜ ਪਿਆ ਹੈ। ਏਕ ਉਠਾਵਨ ਕੇ ਹੱਠ ਕੀਏ। ਹੱਠ ਕੀਤਾ ਹੈ, ਭਾਵ ਕਿ ਆਪਣੇ ਮਨ 'ਚ ਪ੍ਰਣ ਕੀਤਾ ਹੈ, ਇਹ ਭਾਵਨਾ ਰੱਖ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੀ ਸੰਸਕਾਰ ਕਰਨਾ ਇੱਥੋਂ ਲਿਜਾ ਕਰਕੇ। ਹੀਰ ਭੀਰ ਬ੍ਰਿਖ ਬਨ ਕੀ ਵੱਡੀ। ਸੋ ਇਸ ਤਰ੍ਹਾਂ ਬਹੁਤ ਕਦੀ ਸੱਜੇ ਵੇਖਦੇ ਨੇ, ਕਦੀ ਖੱਬੇ ਵੇਖਦੇ ਨੇ। ਹੀਰ ਭੀਰ ਬ੍ਰਿਖ ਬਨ ਕੀ ਬੜੀ, ਜਦੋਂ ਬਲਦਾਂ ਦੀ ਗੱਡਿਆਂ ਦੀ ਬਹੁਤ ਭੀੜ ਵੇਖੀ ਸਿਪਾਹੀਆਂ ਨੇ। ਰਾਖੇ ਆਪਨ ਥਾਨ ਕਉ ਛੱਡੀ। ਆ ਜਿਹੜੇ ਥਾਂ ਤੇ ਮੋਰਚਾ ਲਾਇਆ ਸੀ ਨਾ, ਉਹ ਰਾਖੇ ਉਸ ਮੋਰਚੇ ਵਾਲੇ ਥਾਂ ਨੂੰ ਛੱਡ ਕੇ, ਭਾਵ ਕਿ ਬਲਦਾਂ ਤੋਂ ਗੱਡਿਆਂ ਤੋਂ ਡਰ ਕੇ ਵੀ ਕਾਹਤੋਂ ਐਵੇਂ ਪਸ਼ੂ ਹੈ ਵੀ ਕੋਈ ਸਿੰਗ ਮਾਰੂ ਕੋਈ ਢੁੱਡ ਮਾਰੂਗਾ, ਪਹਿਰੇਦਾਰੀ ਛੱਡ ਕੇ ਥੋੜਾ ਪਰੇ ਨੂੰ ਹਟ ਗਏ। ਤਰਜਤ ਬਰਜਤ ਹੈ ਬਹੁ ਤੇਰੇ। ਤਰਜਦੇ ਤਾਂ ਬਥੇਰਾ ਏ, ਤਾੜਨਾ ਕਰਦੇ ਐ, ਵਰਜਦੇ ਐ, ਪਿਓ ਵਣਜਾਰੇ ਉਹ ਲਬਾਣੇ ਆਪਣੇ ਗੱਡੇ ਬਲਦ ਪਰਾਂ ਰੱਖੋ। ਕਉ ਕੁਲਾਹਲ ਹੋਤ ਬਡੇਰੇ। ਪਰ ਫੇਰ ਵੀ ਬੜਾ ਰੌਲਾ ਪੈ ਰਿਹਾ ਏ, 600-700 ਗੱਡਾ ਏ। ਉਹ ਆਏ ਵੀ ਇਸ ਕਰਕੇ ਹੀ ਹੈ ਵੀ ਰੌਲਾ ਰੱਪਿਆ ਜਾ ਪੈ ਜਾਵੇ, ਸਭ ਨੂੰ ਆਪੋ ਧਾ ਪਈ ਦੇ ਵਿੱਚ ਹੀ ਅਸੀਂ ਸੇਵਾ ਕਰ ਜਾਈਏ। ਸਕਟਨ ਕੇ ਗਡਵਾਨ ਪੁਕਾਰਤ। ਜਿਹੜੇ ਗੱਡਿਆਂ ਨੂੰ ਚਲਾਉਣ ਵਾਲੇ ਗਡਵਾਨ ਹਨ, ਜਿਹੜੇ ਗੱਡੇ ਹਿੱਕਣ ਵਾਲੇ ਹਨ, ਉਹ ਉੱਚੀ ਉੱਚੀ ਪੁਕਾਰਦੇ ਨੇ। ਗਨ ਬਨਜਾਰੇ ਉੱਚੀ ਉਚਾਰਤ। ਤੇ ਬਹੁਤੇ ਵਣਜਾਰੇ ਜਿਹੜੇ ਹਨ ਉਹ ਵੀ ਉੱਚੀ ਉੱਚੀ ਆਵਾਜ਼ਾਂ ਮਾਰਦੇ, ਕਿਉਂਕਿ ਜਿਹੜੇ ਵਣਜਾਰੇ ਜਿਹੜੇ ਮਾਲਕ ਨੇ ਲਖੀ ਸ਼ਾਹ ਵਣਜਾਰੇ ਦੇ ਸਮੇਤ, ਉਹ ਤਾਂ ਮਾਲਕੀ ਦੇ ਨਾਲ ਨਾਲ ਜਾ ਰਹੇ ਨੇ। ਗੱਡਾ ਚਲਾਉਣ ਵਾਲੇ ਇਹਨਾਂ ਨੇ ਨੌਕਰ ਵੱਖਰੇ ਰੱਖੇ, ਜਿਹੜਾ ਗੱਡੇ ਨੂੰ ਹਿੱਕਦੇ ਹੀ ਹੈ, ਤੇ ਇਹ ਗੱਡਿਆਂ ਦੇ ਨਾਲ ਨਾਲ ਜਾਂਦੇ ਹਨ ਵਪਾਰ ਕਰਨ ਦੇ ਲਈ। ਇਹ ਵੀ ਉੱਚੀ ਉੱਚੀ ਪੁਕਾਰਦੇ ਨੇ, ਪਰਾਂ ਹੋ ਜਾਓ, ਪਾਸੇ ਹੋ ਜਾਓ, ਲਾਂਭੇ ਹੋ ਜਾਓ, ਲੰਘ ਲੈਣ ਦਿਓ। ਇਦਾਂ ਰੌਲਾ ਰੱਪਾ ਪੈ ਗਿਆ। ਗਰਦ ਉੱਡਨ ਤੇ ਸ਼ਾਦੇ ਨੈਣ। ਬਲਦਾਂ ਦੇ ਖੁਰਾਂ ਦੇ ਨਾਲ, ਗੱਡਿਆਂ ਦੇ ਟਹੀਆਂ ਦੇ ਨਾਲ ਬਹੁਤ ਧੂੜ ਮਿੱਟੀ ਉੱਡੀ ਹੈ, ਜਿਸ ਦੇ ਨਾਲ ਆਸਮਾਨ ਆਕਾਸ਼ ਢੱਕਿਆ ਗਿਆ। ਗਏ ਨਿਕਟ ਹਟ ਹਟ ਕਹਿ ਬੈਨ। ਹਟ ਹਟ ਜੋ, ਪਰੇ ਹੋ ਜੋ, ਪਰੇ ਹੋ ਜੋ, ਲਾਂਭੇ ਹੋ ਜੋ, ਇਦਾਂ ਦੀਆਂ ਗੱਲਾਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦੇ ਨੇੜੇ ਪਹੁੰਚ ਗਏ। ਤਕਾਏ ਸਕਲ ਦੇਸ਼ ਦੇਖਾ। ਚਾਸ਼ ਫੇਰੇ ਵੇਖਿਆ ਦਾ ਲਾਉਣ ਵਾਸਤੇ ਵੀ ਹੁਣ ਕਿਸੇ ਨੂੰ ਇੱਧਰ ਧਿਆਨ ਨਹੀਂ ਹੈ, ਸਾਰੇ ਗੱਡਿਆਂ ਤੋਂ ਬਚਣ ਦੇ ਲਈ ਸੱਜੇ ਖੱਬੇ ਹੋਏ ਐ। ਇੱਕ ਹਨੇਰੀ ਵਗ ਰਹੀ ਹੈ, ਸਾਫ਼ ਦਿਖਦਾ ਨਹੀਂ ਤਾਂ ਹਨੇਰਾ ਜਿਹਾ ਹੋ ਗਿਆ ਹੈ। ਗੁਰ ਮਾਇਆ ਬਿਰਮਾਏ ਅਸ਼ੇਖਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਇਆ ਨੇ ਇਹਨਾਂ ਨੂੰ ਭਰਮਾਤਾ ਹੈ, ਕਿਉਂਕਿ ਸਤਿਗੁਰੂ ਸਾਹਿਬ ਜੋ ਸਮਰੱਥ ਪਾਤਸ਼ਾਹ ਨੇ ਆਪਣੇ ਸਰੀਰ ਦੀ ਸੇਵਾ ਆਪ ਹੀ ਸਿੱਖਾਂ ਕੋਲ ਲੈਣੀ ਆ। ਕੁਝ ਧੂੜ ਮਿੱਟੀ ਦੇ ਕਰਕੇ ਇਹਨਾਂ ਨੂੰ ਖਿਆਈ ਹੋ ਗਈ, ਕੁਝ ਗੱਡਿਆਂ ਤੋਂ ਡਰਦੇ ਸਿਪਾਹੀ ਲਾਂਭੇ ਹੋ ਗਏ, ਹਨੇਰਾ ਜਿਹਾ ਵੀ ਹੋ ਗਿਆ।
ਉਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਇਆ ਪਾਤੀ, ਮਹਾਰਾਜ ਸਾਹਿਬ ਜੀ ਨੇ ਸਾਰਿਆਂ ਦੀ ਮੱਤ ਮਾਰ ਦਿੱਤੀ। ਧਾਰ ਦਿਸ਼ ਦ੍ਰਿਸ਼ਟ ਨ ਕਿਸ ਕੀ ਹੇਰੀ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਪਿਆ ਹੈ ਉਸ ਪਾਸੇ ਕਿਸੇ ਵੀ ਸਿਪਾਹੀ ਦੀ ਦ੍ਰਿਸ਼ਟੀ ਗਈ ਨਾ। ਉਹ ਤਾਂ ਲਾਂਬੇ ਨੂੰ ਸੱਜੇ ਖੱਬੇ ਨੂੰ ਵੇਖਣ ਲੱਗ ਪਏ, ਗੱਡਿਆਂ ਵਾਲਿਆਂ ਨਾਲ ਹੀ ਉਲਝ ਗਏ। ਨਰ ਪੰਚੋ ਉਚਾਏ ਤਿਸ ਬੇਰੀ। ਉਸ ਵੇਲੇ 5 ਵਣਜਾਰਿਆਂ ਜਿਨ੍ਹਾਂ ਚੋਂ ਭਾਈ ਲਖੀ ਸ਼ਾਹ ਵਣਜਾਰਾ ਆਪ ਨਾਲ ਹੈ ਤੇ ਨਾਲ ਇਹਦੇ ਜਿਹੜੇ ਮੁੱਖ ਨੇ ਸੇਵਕ ਇਹਦੇ, ਇਹ 5 ਜਾਣਿਆਂ ਨੇ ਮਹਾਰਾਜ ਦਾ ਸਰੀਰ ਚੁੱਕਣ ਵਾਸਤੇ ਤਤ ਛਿਨ ਤੂਲ ਸਕਟ ਢਿੱਗ ਲਿਆਏ। ਬੜੀ ਛੇਤੀ ਦੇ ਨਾਲ ਮਹਾਰਾਜ ਸਾਹਿਬ ਦੀ ਪਵਿੱਤਰ ਦੇਹੀ ਨੂੰ 5 ਜਾਣਿਆਂ ਨੇ ਚੁੱਕਿਆ ਤੇ ਰੂਹ ਦਾ ਗੱਡਾ ਸੀ ਉਸ ਦੇ ਵਿੱਚ ਲੈ ਆਏ। ਭਲੀ ਪ੍ਰਕਾਰ ਵਿੱਚ ਪਹੁੰਚਾਏ। ਬੜੇ ਸਤਿਕਾਰ ਨਾਲ ਚੰਗੀ ਤਰ੍ਹਾਂ ਕੁਝ ਰੂਹ ਥੱਲੇ ਹੇਠਾਂ ਤੇ ਕੁਝ ਰੂਹ ਉੱਪਰ ਵਿਚਕਾਰ ਮਹਾਰਾਜ ਸਾਹਿਬ ਜੀ ਦਾ ਸਰੀਰ ਜਿਹੜਾ ਅਸ਼ਾਦ ਦਿੱਤਾ, ਢੱਕ ਦਿੱਤਾ ਰੂਹ ਦੇ ਨਾਲ। ਕਰਤ ਸ਼ੀਗਰਤਾ ਬੁੱਧ ਉਪਜਾਵੇ। ਬੜੀ ਸ਼ੀਗਰਤਾ ਨਾਲ ਆਪਣੀ ਬੁੱਧ ਨਾਲ ਸਿਆਣਪ ਨਾਲ ਗੁਰੂ ਗੁਰੂ ਜਪਦਿਆਂ ਤੇਜ਼ੀ ਕਰਦੇ ਨੇ ਵੀ ਹੁਣ ਇੱਥੋਂ ਨਿਕਲ ਹੀ ਜਾਈਏ। ਇਹਤੇ ਉਤ ਹੇਰਤ ਸਰਬ ਦੁਰਾਵੇ। ਇੱਧਰ ਉੱਧਰ ਵੇਖਦੇ ਨੇ ਵੀ ਕੋਈ ਵੇਖੇ ਨਾ, ਕਿਸੇ ਨੂੰ ਪਤਾ ਨਾ ਲੱਗੇ, ਸਭ ਕੁਝ ਛੁਪਾਉਂਦੇ ਹਨ ਮਹਾਰਾਜ ਸਾਹਿਬ ਜੀ ਦਾ ਧੜ। ਕਨੀ ਤੂਲ ਤੇ ਸ਼ਾਦਨ ਕੀਨੇ। ਬਹੁਤ ਉੱਤੇ ਰੂਹ ਪਾ ਕਰਕੇ ਗੱਡੇ ਦੇ ਵਿੱਚ ਢੱਕ ਹੀ ਦਿੱਤਾ ਸਰੀਰ। ਇਉਂ ਲੱਗੇ ਵੀ ਬਸ ਰੂਹ ਹੀ ਬਾਕੀ ਰਹਿ ਗਿਆ ਹੈ। ਜਿਸ ਪ੍ਰਕਾਰ ਕੋ ਸਕਹਿ ਨ ਚੀਨੇ। ਇਸ ਤਰ੍ਹਾਂ ਦਾ ਢੰਗ ਵਰਤਿਆ ਇਹਨਾਂ ਵਣਜਾਰੇ ਸਿੱਖਾਂ ਨੇ ਜਿੱਦਾਂ ਕੋਈ ਸਿਪਾਹੀ, ਕੋਈ ਬੰਦਾ, ਕੋਈ ਸਰਕਾਰੀ ਕਰਮਚਾਰੀ ਜਾਣ ਨਾ ਸਕੇ ਵੀ ਗੱਡੇ ਦੇ ਵਿੱਚ ਰੂਹ ਤੋਂ ਬਗੈਰ ਕੁਝ ਹੋਰ ਵੀ ਲੱਦਿਆ ਹੈ। ਮਨ ਹੀ ਮਨ ਮਨਾਏ ਔਰ ਧਰੈ। ਇਹ ਸਰੀਰ ਕਰਕੇ ਤਾਂ ਉਦਮ ਕਰ ਰਹੇ ਆ ਪਰ ਮਨ ਹੀ ਮਨ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਵੀ ਅਰਦਾਸਾਂ ਕਰਦੇ ਹਨ। ਆਪਣੋ ਕਾਜ ਆਪ ਗੁਰ ਕਰੈ। ਇਹ ਮਹਾਰਾਜ ਇਹ ਤੁਹਾਡਾ ਹੀ ਕਾਰਜ ਹੈ, ਤੁਸੀਂ ਆਪ ਹੀ ਕਰਨਾ, ਆਪ ਹੀ ਸਾਡੇ ਸਹਾਈ ਹੋਇਓ। ਕਰ ਬੰਧਨ ਕੋ ਹਟ ਕਰ ਗਏ। ਇਦਾਂ ਬੰਦਨਾ ਕਰਕੇ ਮਹਾਰਾਜ ਨੂੰ ਜਿਸ ਗੱਡੇ ਵਿੱਚ ਟਿਕਾਇਆ ਹੈ, ਨਮਸਕਾਰ ਕਰਕੇ ਤਾਂ ਗੱਡਾ ਚਲਾਉਣ ਵਾਲੇ ਪਾਸੇ ਨੂੰ ਚਲੇ ਗਏ। ਬੈਲਨ ਵਿੱਚ ਤਹਿ ਉਤ ਭਏ। ਬਲਦਾਂ ਦੇ ਵਿੱਚ ਹੀ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਹੋ ਗਿਆ। ਇਦਾਂ ਵੀ ਲਿਖਿਆ ਗਿਆਨੀ ਗਿਆਨ ਸਿੰਘ ਜੀ ਨੇ ਵੀ ਜਿਸ ਗੱਡੇ 'ਚ ਮਹਾਰਾਜ ਦਾ ਸਰੀਰ ਲੱਦ ਲਿਆ, ਉਹ ਲਖੀ ਸ਼ਾਹ ਵਣਜਾਰਾ ਉਹਨੂੰ ਭਜਾ ਕੇ ਸਾਰਿਆਂ ਤੋਂ ਅੱਗੇ ਹੀ ਲੈ ਗਿਆ ਸੀ ਪਹਿਲਾਂ ਹੀ, ਤੇ ਬਾਕੀ ਗੱਡੇ ਜਿਹੜੇ ਵੀ ਤੁਸੀਂ ਸਹਿਜੇ ਸਹਿਜੇ ਪਿੱਛੇ ਆਇਓ। ਲਾਰਾ ਗਮਨਿਓ ਜਾਤ ਅਗਾਰੀ। ਗੱਡਿਆਂ ਦਾ ਬਲਦਾਂ ਦਾ ਲਾਰਾ ਕੀ ਹੁੰਦੀ ਵੀ ਕਤਾਰ, ਜਿਹਨੂੰ ਅੱਜ ਦੀ ਬੋਲੀ 'ਚ ਕਹਿੰਦੇ ਵੀ ਲਾਈਨ ਲੱਗੀ ਹੋਈ, ਜਿਵੇਂ ਇੱਕ ਅੱਗੇ ਇੱਕ ਉਹ ਤੋਂ ਪਿੱਛੇ ਇੱਕ ਉਹ ਤੋਂ ਪਿੱਛੇ, ਇਸ ਤਰ੍ਹਾਂ 2-2 3-3 ਗੱਡੇ ਇਹਨਾਂ ਨੇ ਇਕੱਠੇ ਹੀ ਰਸਤੇ ਦੇ ਵਿੱਚ ਚਲਾਏ ਹਨ। ਫਿਰ ਉਹਨਾਂ ਤੋਂ ਅੱਗੇ ਲਾਰਾਂ ਬਣੀਆਂ ਨੇ, ਕਤਾਰ ਬਣੀ ਹੈ, ਇਦਾਂ ਜਮਨਾ ਵਾਲੇ ਪਾਸੇ ਨੂੰ ਜਾ ਰਹੇ ਹਨ। ਹਾਂਕਤ ਜਾਤ ਬੋਲਤੇ ਭਾਰੀ। ਉੱਚੀ ਉੱਚੀ ਬੋਲਦੇ ਜਾ ਰਹੇ ਨੇ, ਹਿੱਕਦੇ ਜਾ ਰਹੇ ਨੇ, ਜਿਵੇਂ ਬਲਦਾਂ ਦੀ ਬੋਲੀ ਬੋਲਦੇ ਹਨ। ਬਾਜੂ ਬ੍ਰਿਕ ਪਨ ਧੂਲ ਉਡਾਈ। ਇੱਕ ਹਵਾ ਨੇ ਬਹੁਤ ਧੂੜ ਉਡਾਈ ਹੈ, ਦੂਸਰਾ ਬਲਦਾਂ ਦੇ ਖੁਰਾਂ ਨੇ, ਗੱਡਿਆਂ ਦੇ ਟਹੀਆਂ ਨੇ, ਪਹੀਆਂ ਨੇ ਧੂੜ ਉਡਾਈ ਹੈ। ਸਭ ਕੇ ਦ੍ਰਿਸ਼ਟ ਬਲੋਚਨ ਛਾਈ। ਜਿਸ ਕਰਕੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਿਆ ਹੈ, ਆਪੋ ਆਪਣੀਆਂ ਅੱਖਾਂ ਨੂੰ ਬਚਾਉਂਦੇ ਆ। ਥੋੜੀ ਜੀ ਹਨੇਰੀ ਕਿਤੇ ਵਗੇ ਨਾ, ਕੱਚੇ ਥਾਂ ਦੇ ਖਲੋਤੇ ਹੋਈਏ ਤਾਂ ਬਹੁਤ ਮੁਸ਼ਕਲ ਹੁੰਦੀ। ਝੱਟ ਹੀ ਬੰਦਾ ਆਪਣੀਆਂ ਅੱਖਾਂ ਨੂੰ ਬੰਦ ਕਰਦਾ, ਕੋਈ ਕੱਪੜਾ ਲੈਂਦਾ, ਬਚਾਉਂਦਾ ਹੈ। ਹਨੇਰੀਆਂ ਹੁੰਦੀਆਂ ਨਾ ਗਰਮੀਆਂ 'ਚ, ਹਾਲਾਂਕਿ ਕਿੰਨਾ ਪੱਕਾ ਥਾਂ ਹੈ 4 ਚੁਫੇਰੇ, ਪਰ ਫੇਰ ਵੀ ਅੱਖਾਂ ਬੰਦ ਹੁੰਦੀਆਂ ਨੇ। ਉਦੋਂ ਤਾਂ ਸਾਰਾ ਕੱਚਾ ਹੀ ਕੱਚਾ ਸੀ। ਇੱਕ ਵਾਯੂ ਬਹਿ ਰਹੀ ਹੈ ਤੇ ਦੂਸਰਾ ਗੱਡਿਆਂ ਦੇ ਖੁਰ ਲੱਗਣ ਕਰਕੇ ਇੰਨਾ ਕੁ ਧੂੜ ਮਿੱਟੀ ਉੱਡਿਆ ਵੀ ਲੋਕਾਂ ਦੀਆਂ ਅੱਖਾਂ ਨਹੀਂ ਖੁੱਲ ਰਹੀਆਂ, ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ। ਤੁਰ ਕੇ ਪੌਰ ਨਿਕਸ ਜਬ ਗਏ। ਜਦੋਂ ਚਲਦਿਆਂ ਜਿਹੜੇ ਵਣਜਾਰੇ ਸਨ, ਕੁਝ ਅੱਗੇ ਜਿਵੇਂ ਲਖੀ ਸ਼ਾਹ ਵਣਜਾਰਾ ਨਗਰ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ, 4-5 ਮੀਲ ਦੇ ਉੱਤੇ ਬਾਹਰ ਇਹਨਾਂ ਨੇ ਦਿੱਲੀ ਤੋਂ, ਜਿੱਥੇ ਹੁਣ ਰਕਾਬਗੰਜ ਸਥਾਨ ਹੈ, ਇੱਥੇ ਛੱਪਰੀਆਂ ਬਣੀਆਂ ਹੋਈਆਂ ਸਨ ਸੰਨਾਂ। ਸਕਟ ਤਿਆਰ ਚਲਬੇ ਕਉ ਭਏ। ਪਹਿਲਾਂ ਆਪ ਲੰਘ ਗਏ ਗੱਡਾ ਮਹਾਰਾਜ ਸਾਹਿਬ ਵਾਲਾ ਲੈ ਕੇ, ਫੇਰ ਮਗਰ ਗੱਡੇ ਜਿਹੜੇ ਖਲੋਤੇ ਸਨ ਉਹ ਵੀ ਸਹਿਜੇ ਸਹਿਜੇ ਚੱਲਣ ਨੂੰ ਤਿਆਰ ਹੋ ਗਏ। ਆਏ ਸਿਪਾਹੀ ਦੇਖਣ ਲੱਗੇ। ਜਿਹੜੇ ਸਿਪਾਹੀ ਸਨ ਜਦੋਂ ਵੇਖਿਆ ਵੀ ਗੱਡੇ ਬਾਜ਼ਾਰ ਵਿੱਚੋਂ ਅੱਗੇ ਨੂੰ ਲੰਘ ਗਏ ਹਨ, ਉਹ ਆਪਣਾ ਪਹਿਰਾ ਦੇਣ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਵੇਖਣ
ਕਰਨ ਲੱਗ ਪਏ। ਸਤਿਗੁਰ ਕੋ ਧਰ ਲਖਿਓ ਨਾ ਕੀ ਆਗੇ। ਵੇਖਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਂ ਧੜ ਹੀ ਨਹੀਂ ਪਿਆ ਸਾਹਮਣੇ ਹੁਣ। ਸਭਨ ਵਿਖੇ ਮਾਚਿਓ ਤਬ ਰਾਉ ਬਸ ਰਾ। ਉਸੇ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਸਿਪਾਹੀਆਂ ਨੂੰ ਰੌਲਾ ਪੈ ਗਿਆ, ਇਹ ਬਣਿਆ ਕੀ ਸਾਡੇ ਨਾਲ। ਇਤਿਓ ਤਖੋਜਤ ਭੇ ਸਭ ਠੌਰਾ। ਕੋਈ ਇੱਧਰ ਨੂੰ ਭੱਜਣ ਲੱਗਾ, ਕੋਈ ਇੱਧਰ ਨੂੰ। ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਕਿੱਥੇ ਹੈ। ਮਨ ਮਹਿ ਮਾਨਿਓ ਅਦਕ ਅਚੰਭਾ। ਮਨ ਵਿੱਚ ਨਾਲੇ ਤਾਂ ਹੈਰਾਨ ਹੁੰਦੇ ਨੇ ਵੀ ਕਮਾਲ ਦੀ ਗੱਲ ਹੈ, ਹੁਣੇ ਹੀ ਤਾਂ ਇੱਥੇ ਅਸੀਂ ਸਾਹਮਣੇ ਹੀ ਆ, ਅਸੀਂ ਕਿਹੜਾ ਕਿਤੇ ਗਏ ਸੀ, ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੀਰ ਕਿੱਥੇ ਗਿਆ। ਇਹ ਕਿਨਹੂ ਬੜ ਦੰਭ ਅਰੰਭਾ। ਕਹਿੰਦੇ ਵੀ ਇਹ ਕਿੰਨੇ ਸਾਡੇ ਨਾਲ ਇਹ ਦੰਭ ਕੀਤਾ। ਦੰਭ ਹੁੰਦਾ ਹੈ ਵੀ ਪਖੰਡ ਜਿਹਾ ਕਰਕੇ ਸਾਡੀਆਂ ਅੱਖਾਂ ਜਿਹੜੀਆਂ ਇਹਦੇ ਵਿੱਚ ਧੂੜ ਜੀ ਪਾ ਗਏ। ਇੱਕ ਤਾਂ ਪ੍ਰਤੱਖ ਧੂੜ ਹੁੰਦੀ ਆ ਨਾ ਅੱਖਾਂ 'ਚ, ਇੱਕ ਹੁੰਦਾ ਵੀ ਕਿਸੇ ਦੀਆਂ ਅੱਖਾਂ ਦੇ ਵਿੱਚ ਕੋਈ ਧੋਖਾ ਦੇ ਕੇ ਕੁਝ ਕੰਮ ਕਰ ਜਾਣਾ, ਉਹਨੂੰ ਵੀ ਕਹਿੰਦੇ ਵੀ ਧੂੜ ਪਾਈ ਆ। ਸਿਪਾਹੀ ਕਹਿੰਦੇ ਨੇ ਵੀ ਇਹ ਸਾਡੇ ਨਾਲ ਏਡਾ ਵੱਡਾ ਦੰਭ ਕਿਸ ਨੇ ਕੀਤਾ ਹੈ। ਕੇਤਕ ਦੌੜੇ ਜਾਏ ਨਿਹਾਰੇ। ਕਈ ਦੌੜਦੇ ਗਏ ਨੇ ਗੱਡਿਆਂ ਵੱਲ, ਜਾ ਕੇ ਵੇਖਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਲੱਭੀਏ। ਬੈਲਨ ਸਹਿਤ ਜਿਤਕ ਬਨਜਾਰੇ। ਬਲਦਾਂ ਦੇ ਸਮੇਤ ਜਿੰਨੇ ਕੁ ਬਣਜਾਰੇ ਤੁਰੇ ਜਾ ਰਹੇ ਸਨ। ਏਕ ਏਕ ਕਉ ਤਰਜਤ ਧਾਰ ਧਾਰ। ਕੱਲੇ ਕੱਲੇ ਨੂੰ ਖਿਲਾਰ ਕੇ ਨਾ ਸਿਪਾਹੀਆਂ ਨੇ ਆਪਣੇ ਕੋਲ, ਤਾਂ ਇੱਕ ਤਾਂ ਉਹਨਾਂ ਨੂੰ ਥੋੜਾ ਜਿਹਾ ਤਾੜਨਾ ਕਰਦੇ ਨੇ, ਡਬਕਾ ਮਾਰਦੇ ਨੇ, ਡਰਾਉਂਦੇ ਹਨ। ਸ਼ੋਰਤ ਹੇਰਤ ਨਿਰਣੈ ਕਰ ਕਰ। ਸ਼ੋਰਤ ਹੇਰਤ ਨਿਰਣੈ ਕਰ ਕਰ, ਤੇ ਕੱਲੇ ਕੱਲੇ ਦੀ ਤਲਾਸ਼ੀ ਕਰਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਤੁਸੀਂ ਹੀ ਲੰਘੇ ਹੋ ਨਾ, ਤੇ ਸਾਨੂੰ ਕਹਿੰਦਾ ਤੁਹਾਡੇ ਤੇ ਸ਼ੱਕ ਆ ਵੀ ਤੁਸੀਂ ਧੜ ਖੜਿਆ ਹੋਏਗਾ। ਜਿੰਨੇ ਵੀ ਗੱਡੇ ਨੇ ਕੱਲੇ ਕੱਲੇ ਨੂੰ ਕਹਿੰਦੇ ਇੱਥੇ ਰੁਕ ਜਾਓ, ਤੇ ਕੱਲੇ ਕੱਲੇ ਦੀ ਤਲਾਸ਼ੀ ਕਰਦੇ ਹਨ। ਜਦੋਂ ਦਿਖਦਾ ਵੀ ਇੱਥੇ ਧੜ ਨਹੀਂ ਹੈ ਤਾਂ ਫੇਰ ਅੱਗੇ ਤੋਰਦੇ ਹਨ ਨਿਰਣਾ ਕਰਕੇ। ਤੇ ਮਹੀ ਬ੍ਰਿਖ ਪਸ਼ੂਸ਼ ਸਭ ਹੇਰੇ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਵੀ ਜਦੋਂ ਕੱਲੇ ਕੱਲੇ ਨੂੰ ਵੇਖਿਆ, ਤਿਮਹੀ ਬ੍ਰਿਖ ਵਿਸ਼ੂਸ਼ ਸਭ ਹੇਰੇ, ਸਾਰੇ ਗੱਡਿਆਂ ਦੀ ਤਲਾਸ਼ੀ ਕੀਤੀ ਤਾਂ ਕਿਤੇ ਵੀ ਮਹਾਰਾਜ ਦਾ ਧੜ ਨਾ ਇਹਨਾਂ ਨੂੰ ਦਿਖਿਆ। ਅਪਰ ਨਰਨ ਖੋਜਤ ਫੇਰ ਫੇਰੇ। ਤੇ ਹਾਂਜੀ, ਅਪਰ ਨਰਨ ਖੋਜਤ ਫਿਰ ਫੇਰੇ। ਤੇ ਅਪਰ ਨਰਨ ਸਿਪਾਹੀਆਂ ਨੇ ਆਪ ਤਾਂ ਲੱਭਦੇ ਹੀ ਆ, ਹੋਰ ਬੰਦਿਆਂ ਨੂੰ ਵੀ ਆਵਾਜ਼ ਮਾਰੀ ਵੀ ਤੁਸੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦੀ ਤਲਾਸ਼ੀ ਕਰੋ, ਨਹੀਂ ਤੇ ਬਾਦਸ਼ਾਹ ਸਾਨੂੰ ਛੱਡੇਗਾ ਨਹੀਂ। ਇਮ ਦੇਖਤ ਸਕਟਨ ਢਿੱਗ ਆਏ। ਇਹਦਾ ਵੇਖਦੇ ਆ ਪਹਿਲਾਂ ਵਣਜਾਰਿਆਂ ਨੂੰ, ਬਲਦਾਂ ਨੂੰ, ਫਿਰ ਗੱਡਿਆਂ ਨੂੰ ਤਲਾਸ਼ੀ ਕਰਕੇ ਚੈੱਕ ਕਰਦੇ ਨੇ। ਗਿਨਹ ਏਕ ਕਮਤੀ ਹੋਏ ਜਾਏ। ਫਿਰ ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਗੱਡੇ ਕਿੰਨੇ ਆ ਜਿਹੜੇ ਇੱਧਰ ਲੈ ਕੇ ਆਏ ਹੋ, ਕਿਉਂਕਿ ਸਰਕਾਰੀ ਦਰਬਾਰ ਦੇ ਵਿੱਚ ਸਰਕਾਰੀ ਉਦੋਂ ਗਿਣਤੀ ਹੁੰਦੀ ਆ ਕਿ ਕਿੰਨੇ ਗੱਡੇ ਅੰਦਰ ਗਏ ਕਿੰਨੇ ਬਾਹਰ ਆਏ। ਉਹ ਦੱਸਦੇ ਜੀ ਸਾਡੇ ਇੰਨੇ ਕੁ ਗੱਡੇ ਹਨ। ਤਾਂ ਜਦੋਂ ਗਿਣਤੀ ਕਰਦੇ ਨੇ ਉਹਨਾਂ ਚੋਂ ਇੱਕ ਗੱਡਾ ਗਿਣਤੀ ਵਿੱਚ ਪੂਰਾ ਨਹੀਂ ਉਤਰਦਾ, ਘੱਟ ਜਾਪਦਾ ਹੈ। ਗੱਡ ਵਾਰਨਨ ਕੋ ਤਰਜਤ ਕਹੈ। ਫਿਰ ਗੱਡੇ ਚਲਾਉਣ ਵਾਲਿਆਂ ਨੂੰ ਤਰਜ ਦੇ ਤਾੜਨਾ ਕਰਦੇ ਹੋਏ ਸਿਪਾਹੀ ਕਹਿੰਦੇ ਹਨ, ਤੁਮ ਮਹ ਏਕ ਸਕਟ ਨਹਿ ਲਹੈ। ਕਹਿਣ ਲੱਗੇ ਉਹ ਜਿੰਨੇ ਤੁਸੀਂ ਗੱਡੇ ਦੱਸਦੇ ਹੋ ਉਹਨਾਂ ਦੇ ਵਿੱਚੋਂ ਤੁਹਾਡਾ ਇੱਕ ਗੱਡਾ ਨਹੀਂ ਦਿਖ ਰਿਹਾ। ਕਰਿਓ ਨਿਕਾਸਨ ਕਹਾਂ ਦੁਰਾਇਓ। ਦੱਸੋ ਵੀ ਉਹ ਆਪਣੀ ਇਸ ਕਤਾਰ ਚੋਂ ਕੱਢ ਕੇ ਤੇ ਕਿੱਥੇ ਛੁਪਾ ਦਿੱਤਾ ਤੁਸੀਂ ਗੱਡੇ ਦੇ ਤਾਈ। ਤਿਸ ਮੈਂ ਗੁਰੂ ਕੋ ਧਾਰ ਤੁਮ ਪਾਇਓ। ਜ਼ਰੂਰ ਉਸ ਗੱਡੇ ਵਿੱਚ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਰੱਖਿਆ ਹੋਏਗਾ ਜਿਹੜਾ ਕਿਤੇ ਲੁਕਾ ਲਿਆ ਹੈ। ਦੇਹੋ ਬਤਾਏ ਨਤ ਕੈਦ ਕਰੈਂਗੇ। ਸੱਚੋ ਸੱਚ ਸਾਨੂੰ ਦੱਸ ਦਿਓ, ਨਹੀਂ ਤਾਂ ਤੁਹਾਨੂੰ ਕੈਦ ਵਿੱਚ ਪਾ ਦੇਵਾਂਗੇ। ਮਾਰ ਮਾਰ ਤੁਮ ਪ੍ਰਾਨ ਹਰੈਂਗੇ। ਮਾਰ ਮਾਰ ਕੇ ਇਹੋ ਜਿਹਾ ਕੁੱਟਾਂਗੇ ਵੀ ਤੁਹਾਡੀ ਜਿੰਦ ਜਾਨ ਕੱਢ ਦਿਆਂਗੇ, ਪ੍ਰਾਣ ਕੱਢ ਦਿਆਂਗੇ, ਮਾਰ ਦਿਆਂਗੇ ਕੁੱਟ ਕੁੱਟ ਕੇ ਹੀ। ਗਾਡੀ ਵਾਨਣ ਸ਼ਰਧਾ ਧਾਰੀ। ਜਦੋਂ ਇਹ ਵੇ ਸੁਣਿਆ ਨਾ ਵੀ ਤੁਹਾਡੇ ਗੱਡਿਆਂ ਦੀ ਗਿਣਤੀ ਕਰਦੇ ਆ, ਤਾਂ ਇੱਕ ਗੱਡਾ ਨਹੀਂ ਉਹ ਕਿੱਥੇ ਆ, ਉਹ 'ਚ ਹੀ ਤੁਸੀਂ ਧੜ ਰੱਖਿਆ ਹੋਊਗਾ। ਇਹ ਸੁਣ ਕੇ ਜਿਹੜੇ ਗੱਡੇ ਚਲਾਉਣ ਵਾਲੇ ਉਹਨਾਂ ਨੂੰ ਹੋਰ ਸ਼ਰਧਾ ਆ ਗਈ ਵੀ ਜੇ ਇਹਨਾਂ ਨੇ ਤਲਾਸ਼ੀ ਕੀਤੀ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਇਹਨਾਂ ਨੂੰ ਕਿਤੇ ਨਹੀਂ ਲੱਭ ਰਿਹਾ, ਤਾਂ ਇਹ ਗੁਰੂ ਨੇ ਕਲਾ ਵਰਤਾ ਦਿੱਤੀ ਹੈ। ਇਹ ਸੋਚ ਵਿਚਾਰ ਕੇ ਉਹਨਾਂ ਦੇ ਅੰਦਰ ਹੋਰ ਸ਼ਰਧਾ ਵੱਧ ਗਈ। ਗਿਨਹ ਨ ਜਾਏ ਇਨਹੋ ਮਤ ਮਾਰੀ। ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਦੀ ਮੱਤ ਮਾਰ ਦਿੱਤੀ ਹੈ, ਜਿਸ ਕਰਕੇ ਕਿੰਨੇ ਗੱਡਿਆਂ ਦੀ ਤਲਾਸ਼ੀ ਕੀਤੀ ਇਹਨਾਂ ਕੋ ਗਿਣੇ ਨਹੀਂ ਜਾ ਰਹੇ। ਨਿਰਭੈ ਹੋਏ ਕਰ ਬਾਕ ਬਖਾਨੈ। ਡਰ ਹੋ ਕੇ ਡਰੇ ਨਹੀਂ ਸਿਪਾਹੀਆਂ ਕੋ, ਗੁਰੂ ਸਾਹਿਬ ਦਾ ਆਸਰਾ ਲੈ ਕੇ ਉਹ ਲੱਖੀ ਸ਼ਾਹ ਦੇ ਨੌਕਰ ਕਹਿਣ ਲੱਗੇ, ਬਿਨਾ ਦੋਸ਼ ਕਿਸ ਪ੍ਰਾਨ ਨਹਾਨੈ। ਕਹਿਣ ਲੱਗੇ, ਹੇ ਦਰੋਗਾ
ਜੀ ਬਿਨਾਂ ਗੁਨਾਹ ਤੋਂ ਸਾਡੇ ਤੁਸੀਂ ਪ੍ਰਾਣ ਕਾਹਤੋਂ ਹਾਨ ਕਰਨ ਦੀ ਗੱਲ ਕਹਿੰਦੇ ਹੋ? ਜਦੋਂ ਅਸੀਂ ਗੁਨਾਹ ਕੋਈ ਨਹੀਂ ਕੀਤਾ ਫਿਰ ਕਿਵੇਂ ਤੁਸੀਂ ਸਾਨੂੰ ਮਾਰ ਸਕਦੇ ਹੋ? ਹਜ਼ਰਤ ਕੇ ਕਰਨਿਆਓ ਕੇ ਨਾਹੀ। ਆ ਏਦਾਂ ਕਹਿਣ ਲੱਗੇ ਉਹ ਔਰੰਗਜ਼ੇਬ ਦੇ ਰਾਜ ਵਿੱਚ ਕੋਈ ਨਿਆਂ ਰਹਿ ਗਿਆ ਵੀ ਨਹੀਂ ਰਹਿ ਗਿਆ ਵੀ ਇੰਨਾ ਧੱਕਾ ਹੋਊਗਾ ਵੀ ਬਿਨਾਂ ਗੱਲੋਂ ਤੁਸੀਂ ਸਾਨੂੰ ਮਾਰ ਦਿਓਗੇ? ਕੈਸੇ ਕਰੇ ਕੈਦ ਕੇ ਮਾਹੀ। ਆ ਕਿਵੇਂ ਤੁਸੀਂ ਸਾਨੂੰ ਕੈਦ ਦੇ ਵਿੱਚ ਪਾਓਗੇ ਜਦੋਂ ਅਸੀਂ ਕੋਈ ਗੁਨਾਹ ਨਹੀਂ ਕੀਤਾ, ਕਦੀ ਦੋਸ਼ ਨਹੀਂ ਜੇ ਕੋਈ ਕੀਤਾ? ਨਿਕਟ ਥਰੇ ਹਮ ਗਏ ਨਾ ਕਿਉਂ ਹੂੰ। ਆ ਤੁਹਾਡੇ ਕੋਲ ਹੀ ਖਲੋਤੇ ਆ, ਸਿਪਾਹੀਆਂ ਨੂੰ ਕਹਿੰਦੇ ਵੀ ਅਸੀਂ ਕਿਹੜਾ ਕਿਤੇ ਲੁਕ ਛਿਪ ਕੇ ਇੱਥੋਂ ਚਲੇ ਗਏ ਆ, ਵੀ ਜੇ ਅਸੀਂ ਕਿਤੇ ਲੁਕੇ ਛਿਪੇ ਹੋਈਏ ਤਾਂ ਫੇਰ ਤਾਂ ਸਾਡੇ ਤੇ ਕੋਈ ਦੋਸ਼ ਆਰੋਪੋ। ਤੁਹਾਡੇ ਕੋਲ ਹੀ ਖਲੋਤੇ ਹੋਏ ਆ ਤੇ ਫੇਰ ਵੀ ਸਾਨੂੰ ਮਾਰਨ ਦੀਆਂ ਤੁਸੀਂ ਧਮਕੀਆਂ ਦਿੰਦੇ ਹੋ। ਦੇਖ ਖੋਜ ਲਿਓ ਭਾਵਹਿ ਜਿਉ ਹੂੰ। ਸੋ ਇਸ ਪ੍ਰਕਾਰ ਦੇ ਨਾਲ ਤੁਸੀਂ ਸਾਨੂੰ ਏਦਾਂ ਬਿਨਾਂ ਗੱਲੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲੋਂ ਗਡਵਾਨ ਕਹਿੰਦੇ ਐ ਵੀ ਤੁਸੀਂ ਖੋਜ ਕਰੋ, ਤੇ ਜੇ ਤੁਹਾਨੂੰ ਸਾਡਾ ਕੋਈ ਦੋਸ਼ ਲੱਗੇ, ਜੇ ਤੁਹਾਨੂੰ ਸਾਡੇ ਵਿੱਚ ਕੋਈ ਕਮੀ ਨਿਕਲੇ ਤਾਂ ਫੇਰ ਸਜ਼ਾ ਦਿਓ। ਗਿਨਹਿ ਸਕਟ ਸੋ ਗਿਨੇ ਨਾ ਜਾਹੀ। ਕਥਾ ਹੁਣ ਨਹੀਂ ਤੁਸੀਂ ਗੱਲਾਂ ਕਰੀ ਗਿਨਹਿ ਸਕਟ ਸੋ ਗਿਨੇ ਨਾ ਜਾਹੀ। ਗਿਣਦੇ ਨੇ ਗਿਨੇ ਸਗੜ ਸੋ ਗਿਨੇ ਨਾ ਜਾਹੀ। ਕਹਿੰਦੇ ਗੱਡਿਆਂ ਦੀ ਗਿਣਤੀ ਕਰਦੇ ਹਨ ਪਰ ਕਲਾ ਗੁਰੂ ਦੀ ਐਸੀ ਵਰਤੀ ਵੀ ਗਿਣੇ ਹੀ ਨਹੀਂ ਜਾਂਦੇ। ਪਿਖ ਕਰ ਲਖਿਓ ਸਾਚ ਇਹੋ ਪ੍ਰਾਹੀ। ਹਾਂ, ਪਿਖ ਕਰ ਲਖਿਓ ਸਾਚ ਇਹੋ ਪ੍ਰਾਹੀ। ਜਦੋਂ ਉਹਨਾਂ ਨੇ ਡਰਾਇਆ ਦਬਕਾਇਆ, ਪਰ ਜਿਹੜੇ ਗੱਡੀਆਂ ਨੂੰ ਚਲਾਉਣ ਵਾਲੇ ਗਡਵਾਨ ਸਨ ਉਹਨਾਂ ਨੇ ਵੇਖ ਕਰਕੇ ਜਾਣਿਆ। ਜਦੋਂ ਉਹਨਾਂ ਨੇ ਆਖਿਆ ਵੀ ਸਾਡੀ ਤੁਸੀਂ ਤਲਾਸ਼ੀ ਕੀਤੀ ਹੈ ਫੇਰ ਕਰ ਲਓ, ਜੇ ਸਾਡੇ 'ਚ ਕੋਈ ਦੋਸ਼ ਨਿਕਲੇ ਤਾਂ ਸਜ਼ਾ ਦੇ ਦਿਓ, ਪਰ ਬਿਨਾਂ ਕਾਤੋਂ ਤੁਸੀਂ ਕਾਰਨ ਦੇ ਧਮਕੀਆਂ ਦਿੰਦੇ ਹੋ। ਜਦੋਂ ਐ ਨਿਡਰ ਹੋ ਕੇ ਬੋਲੇ ਸਿਪਾਹੀਆਂ ਜਾਣਿਆ ਵੀ ਇਹ ਸੱਚੇ ਹੀ ਹੋਣੇ ਨੇ, ਆਪਾਂ ਐਵੇਂ ਇਹਨਾਂ ਦੇ ਸ਼ੱਕ ਕਰਦੇ ਆ। ਔਰ ਮੈਂ ਗਰੀ ਗਰੀ ਫਿਰ ਹੇਰੀ। ਫਿਰ ਇਧਰੋਂ ਧਿਆਨ ਹਟਾ ਕੇ ਸਾਰੇ ਦਿੱਲੀ ਸ਼ਹਿਰ ਦੀ ਗਲੀ ਗਲੀ ਵਿੱਚ ਤਲਾਸ਼ੀਆਂ ਕਰਦੇ ਹਨ। ਪਾਏ ਨਾ ਖੋਜ ਫਿਰੇ ਤੇ ਸਵੇਰੀ। ਆ 4 ਸਫੇਰੇ ਫਿਰੇ ਨੇ ਪਰ ਕਿਤੇੋਂ ਵੀ ਇਹਨਾਂ ਖੋਜ ਨਹੀਂ ਪਾਇਆ, ਕਿਤੇੋਂ ਇਹਨਾਂ ਨੂੰ ਮਹਾਰਾਜ ਸਾਹਿਬ ਦੇ ਧੜ ਦੇ ਬਾਰੇ ਨਹੀਂ ਪਤਾ ਲੱਗਾ। ਗਡਵਾਨਨ ਸਭ ਸੰਗ ਬਖਾਨੇ। ਆ ਜਿਹੜੇ ਗਡਵਾਨ ਸਨ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਜਦੋਂ ਸਿਪਾਹੀ ਚਲੇ ਗਏ, ਜੋਰ ਬ੍ਰਿਕਪ ਲੈ ਸਕਟ ਪਿਆਨੇ। ਵੀ ਜੋੜੋ ਵੀ ਕਹਿੰਦੇ ਵੀ ਬਲਦ ਗੱਡਿਆਂ ਦੇ ਨਾਲ ਤਾਂ ਅੱਗੇ ਨੂੰ ਚਲੇ ਜਾਓ। ਜਦੋਂ ਤਲਾਸ਼ੀ ਕਰ ਲਈ ਕੁਝ ਨਾ ਨਿਕਲਿਆ ਤਾਂ ਸਿਪਾਹੀ ਕਹਿੰਦੇ ਵੀ ਜਾਓ ਹੁਣ ਤੁਹਾਡੀ ਤਲਾਸ਼ੀ ਹੋ ਗਈ ਆ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ। ਸਨੇ ਸਨੇ ਚਲ ਕਹਿ ਤਹਿ ਆਏ। ਐਵੇਂ ਸਹਿਜੇ ਸਾਰੀ ਤਲਾਸ਼ੀ ਕਰਾ ਕਰਕੇ ਬਣਜਾਰਿਆਂ ਦੇ ਬਲਦ ਸ਼ਹਿਰ ਤੋਂ ਬਾਹਰ ਆ ਗਏ। ਜਹ ਬਣਜਾਰੇ ਮਿਲ ਸਮੁਦਾਏ। ਜਿੱਥੇ ਬਣਜਾਰਿਆਂ ਦੇ ਉੱਥੇ ਕੱਚੇ ਘਰ ਬਣੇ ਹੋਏ ਸਨ। ਲੱਖੀ ਸਾਹਿਬ ਬਣਜਾਰਾ ਜਿੱਥੇ ਪਹਿਲਾਂ ਹੀ ਪਹੁੰਚ ਚੁੱਕਾ ਸੀ। ਭਏ ਸਹਾਇਕ ਸਤਿਗੁਰ ਆਪੇ। ਆਪਸ ਵਿੱਚ ਕਹਿਣ ਲੱਗੇ ਵੀ ਖੁਸ਼ ਹਨ, ਉਦਾਸ ਨੇ ਗੁਰੂ ਸਾਹਿਬ ਜੀ ਦਾ ਸਰੀਰ ਲਿਆਂਦਾ, ਪਰ ਮਨ 'ਚ ਥੋੜੀ ਇਸ ਗੱਲ ਦਾ ਸਕੂਨ ਖੁਸ਼ੀ ਹੈ ਵੀ ਮਹਾਰਾਜ ਦੇ ਸਰੀਰ ਦੀ ਬੇਅਦਬੀ ਨਹੀਂ ਹੋਈ, ਅਸੀਂ ਸਤਿਗੁਰਾਂ ਦਾ ਧੜ ਲੈ ਆਏ ਹਾਂ। ਤੇ ਆਪਸ ਵਿੱਚ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਆਪ ਹੀ ਸਹਾਈ ਹੋਏ ਸਾਡੇ। ਕਿਸੇ ਦੁਸ਼ਟ ਕੋ ਨਾਹਿਨ ਜਾਪੇ। ਆ ਵੇਖੋ ਵੀ ਉਹਨਾਂ ਦੁਸ਼ਟਾਂ ਨੇ ਤਲਾਸ਼ੀਆਂ ਤਾਂ ਬੜੀਆਂ ਕੀਤੀਆਂ ਪਰ ਕਿਸੇ ਵੀ ਦੁਸ਼ਟ ਨੂੰ ਮਹਾਰਾਜ ਦੇ ਸਰੂਪ ਬਾਰੇ ਨਾ ਪਤਾ ਲੱਗਾ। ਤੁਮ ਸਮੀਪ ਲਗ ਹਮ ਲੈ ਆਏ। ਤੇ ਐਵੇਂ ਫਿਰ ਕਹਿੰਦੇ ਜਾ ਕੇ ਬਣਜਾਰਿਆਂ ਨੂੰ ਗੱਡਿਆਂ ਵਾਲੇ ਵੀ ਆ ਵੇਖੋ ਮਹਾਰਾਜ ਦਾ ਧੜ ਅਸੀਂ ਤੁਹਾਡੇ ਕੋਲ ਹੁਣ ਲੈ ਕੇ ਪਹੁੰਚ ਗਏ ਹਾਂ। ਕਰ ਦੇ ਹੁਦਾਗ ਕਿਸ ਥਾਈ। ਹੁਣ ਦੇਰ ਨਾ ਕਰੋ, ਲੁਕ ਛਿਪ ਕੇ ਕਿਸੇ ਥਾਂ ਤੇ ਸੰਸਕਾਰ ਕਰ ਦਈਏ। ਬਿਲਮ ਕਰਨ ਕੀ ਬਾਤ ਨਾ ਆਛੇ। ਹੁਣ ਦੇਰ ਲਾਉਣ ਦੀ ਗੱਲ ਚੰਗੀ ਨਹੀਂ ਹੋਊਗੀ। ਜੇ ਆਪਾਂ ਕੁਝ ਸਮਾਂ ਹੋਰ ਲਾ ਦਿੱਤਾ ਤਾਂ ਇਹ ਨਾ ਹੋਵੇ ਵੀ ਸਿਪਾਹੀ ਫੇਰ ਆ ਜਾਣ। ਤੁਰਕ ਅਚੰਬੇ ਖੋਜ ਤਪਾਛੇ। ਕਿਉਂਕਿ ਤੁਰਕ ਜਿਹੜੇ ਹਨ ਉਹ ਇੱਧਰ ਉੱਧਰ ਹੈਰਾਨ ਹੋਏ ਲੱਭਦੇ ਫਿਰਦੇ ਨੇ, ਸੂਹਾਂ ਲੈਂਦੇ ਫਿਰਦੇ, ਸੁੰਘਦੇ ਫਿਰਦੇ ਹਨ। ਬਨਜਾਰੇ ਤਤਬੀਰ ਵਿਚਾਰੀ। ਉਸ ਵੇਲੇ ਲੱਖੀ ਸ਼ਾਹ ਬਣਜਾਰੇ ਤੇ ਕੁਝ ਹੋਰ ਸਾਥੀਆਂ ਨੇ ਇਸ ਤਰ੍ਹਾਂ ਫਿਰ ਤਰਤੀਬ ਬਣਾਈ, ਜੁਗਤ ਬਣਾਈ ਵੀ ਸੰਸਕਾਰ ਜਦੋਂ ਕਰਾਂਗੇ ਤਾਂ ਸਰਕਾਰ ਨੂੰ ਤਾਂ ਪਤਾ ਲੱਗ ਜੂਗਾ ਵੀ ਇਹ ਸੰਸਕਾਰ ਕਰ ਰਹੇ ਨੇ। ਜਿਮ ਕੀਜੈ ਜਿਮ ਹੋਇ ਨਾ ਚਨਾਰੇ। ਇਹ ਢੰਗ ਕਹਿੰਦੇ ਵੀ ਵਰਤੀਏ ਵੀ ਜਿਸ ਢੰਗ ਨਾਲ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਅਸੀਂ ਕੋਈ ਸਰੀਰ ਦਾ ਸੰਸਕਾਰ ਕਰ ਰਹੇ ਹਾਂ ਧੜ ਦਾ। ਛਪਰਨ ਕੇ ਕਰ ਕਿਤਕ ਬਣਾਏ। ਇਹਨਾਂ ਬਣਜਾਰਿਆਂ ਨੇ ਆਪਣੇ ਛੱਪਰਾਂ ਦੇ ਘਰ ਬਣਾਏ ਹੋਏ ਸੀ, ਜੋ ਘਾਹ ਫੂਸ ਕੱਖ ਕਾਣ ਜਿਵੇਂ ਪੁਰਾਣੇ ਸਮਿਆਂ 'ਚ ਘਰ ਬਣਦੇ
ਇਹਨਾਂ ਸ਼ਹਿਰ ਤੋਂ ਬਾਰ-ਬਾਰ ਜੇ ਵਪਾਰ ਕਰਨ ਜਾਂਦੇ ਸੀ, ਸੌਦਾ ਪੱਤਾ ਰੱਖਦੇ ਸੀ ਉੱਥੇ, ਫਿਰ ਉੱਥੋਂ ਲੱਦ ਕੇ ਅੱਗੇ ਦੇ ਕੇ ਆਉਂਦੇ ਸਨ। ਸੋ ਇਸ ਤਰ੍ਹਾਂ ਜਿਵੇਂ ਕਹਿ ਲਓ ਵੀ ਅੱਜ ਕੱਲ੍ਹ ਗੋਦਾਮ ਹੁੰਦੇ ਆ, ਵੀ ਗੋਦਾਮਾਂ ਦਾ ਹਿਸਾਬ ਕਿਤਾਬ ਜਿਹਾ ਬਣਾਇਆ ਸੀ। ਇਹਨਾਂ ਸਲਾਹ ਕੀਤੀ ਵੀ ਕਿਉਂ ਨਾ ਹੋਵੇ ਛੱਪਰ ਨੂੰ ਹੀ ਅੱਗ ਲਾ ਕੇ ਸੰਸਕਾਰ ਕਰੀਏ। ਤਿਨ ਮਹਿ ਬਸਤ ਹੁਤੇ ਸਮੁਦਾਏ। ਜੋ ਕੋਈ ਉਹਦੇ ਵਿੱਚ ਲੋੜੀ ਦੀਆਂ ਵਸਤੂਆਂ ਸਨ ਉਹ ਤਾਂ ਸਾਰੀਆਂ ਇਹਨਾਂ ਨੇ ਛੱਪਰ ਦੇ ਵਿੱਚੋਂ, ਘਰ ਦੇ ਵਿੱਚੋਂ ਬਾਹਰ ਕੱਢ ਲੀਆਂ। ਵਸਤ ਸਕੇਲ ਨਿਕਾਰੀ ਸਾਰੀ। ਕੱਲੀ ਕੱਲੀ ਵਸਤੂ ਜੋ ਵੀ ਚਾਹੀਦੀ ਸੀ ਘਰ ਵਿੱਚੋਂ ਬਾਹਰ ਕੱਢ ਲਈ ਲੱਖੀ ਸ਼ਾਹ ਦੇ ਨਾਲ ਸੇਵਕਾਂ ਨੇ। ਚਿਖਾ ਤਿਨਹੂ ਕੇ ਬੀਚ ਉਸਾਰੀ। ਤੇ ਫਿਰ ਉਸ ਘਰ ਦੇ ਵਿੱਚ ਉਹਨਾਂ ਛੱਪਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਗੀਠਾ ਤਿਆਰ ਕੀਤਾ ਸੰਸਕਾਰ ਕਰਨ ਲਈ। ਨਰਗਨ ਮਿਲੇ ਕਾਜ ਤਤਕਾਲਾ। ਲੱਖੀ ਸ਼ਾਹ ਵਣਜਾਰਾ ਵੱਡਾ ਸੇਠ ਹੈ, ਇਹਦੇ ਕੋਲ ਨਾਲ ਦੇ ਸਾਥੀ ਵੀ ਨੇ, ਪਰਿਵਾਰ ਦੇ ਲੋਕ ਵੀ ਨੇ, ਵੀ ਨੌਕਰ ਚਾਕਰ ਨੇ, ਸਾਰੇ ਬਹੁਤੇ ਜਾਣੇ ਮਿਲੇ ਨੇ ਤੇ ਬਹੁਤ ਹੱਲਾ ਮਾਰਿਆ, ਛੇਤੀ ਕੀਤੀ। ਕਰਤ ਭਏ ਧਾਰ ਭਾਉ ਵਿਸਾਲਾ। ਬਹੁਤ ਹੀ ਅੰਦਰ ਭਾਵ ਪਿਆਰ ਧਾਰਨ ਕਰਕੇ ਮਹਾਰਾਜ ਦੇ ਸੰਸਕਾਰ ਦੀ ਤਿਆਰੀ ਕਰ ਰਹੇ ਨੇ। ਸਭ ਛਪਰਨ ਕੋ ਅਗਨ ਲਗਾਈ। ਜਦੋਂ ਬਿਲਕੁਲ ਐਨ ਅੰਗੀਠਾ ਤਿਆਰ ਹੋ ਗਿਆ, ਮਹਾਰਾਜ ਦੀ ਦੇਹੀ ਵਿੱਚ ਰੱਖ ਦਿੱਤੀ। ਜਿਸ ਘਰ ਦੇ ਵਿੱਚ ਮਹਾਰਾਜ ਦੀ ਦੇਹੀ ਰੱਖੀ ਉਹ ਛੱਪਰ ਨੂੰ, ਤੇ ਇਹਦੇ ਨਾਲ ਨਾਲ ਦੇ ਇੱਕ ਇੱਕ ਘਰ ਹੋਰ, ਉਹਨਾਂ ਨੂੰ ਵੀ ਫਿਰ ਆਪਣੇ ਹੱਥੀਂ ਅੱਗ ਲਾ ਦਿੱਤੀ। ਪਹਿਲਾਂ ਅੰਦਰ ਅੰਗੀਠੇ ਨੂੰ ਅਗਨ ਲਾਏ ਨੇ, ਫਿਰ ਬਾਹਰ ਆ ਕੇ ਘਰਾਂ ਨੂੰ ਅੱਗ ਲਾ ਦਿੱਤੀ, ਕਿਉਂਕਿ ਲੱਕੜਾਂ ਦੇ ਕੱਖ ਕਾਣ ਦੇ ਤਾਂ ਬਣੇ ਸੀ, ਬੜੀ ਛੇਤੀ ਅੱਗ ਲੱਗੀ। ਚਿਖਾ ਬੀਚ ਤਹ ਅਦਕ ਜਲਾਈ। ਤੇ ਜੋ ਮਹਾਰਾਜ ਸਾਹਿਬ ਜੀ ਦੀ ਵਿੱਚ ਚਿਖਾ ਅੰਗੀਠਾ ਤਿਆਰ ਕੀਤਾ ਸੀ, ਜਦੋਂ ਉਹ ਅਦਕ ਮੱਚ ਗਿਆ, ਜਦੋਂ ਉਹਨੂੰ ਅਗਨ ਬਹੁਤ ਲੱਗ ਗਈ, ਫਿਰ ਘਰ ਨੂੰ ਵੀ ਅੱਗ ਲਾ ਦਿੱਤੀ। ਕਾਸ਼ਟ ਬਹੁਤ ਘ੍ਰਿਤ ਗਨ ਡਾਰਾ। ਅਤੇ ਘਿਓ ਆਦਿਕ ਹੋਰ ਜੋ ਸਮੱਗਰੀ ਬਹੁਤ ਹੀ ਖੁੱਲੀ ਪਾਈ ਹੈ। ਲੱਗੀ ਹੁਤਾਸਨ ਲਾਟ ਉਦਾਰਾ। ਜਿਸ ਕਰਕੇ ਇੱਕ ਤਾਂ ਸੁੱਕੀਆਂ ਲੱਕੜਾਂ ਨੇ, ਫੇਰ ਉਤੋਂ ਦੇਸੀ ਘਿਓ ਪੈਣ ਕਰਕੇ ਤੇ ਬਹੁਤ ਹੀ ਕਹਿੰਦੇ ਚੰਡਾ ਮਚ ਗਿਆ, ਲਾਟਾਂ ਨਿਕਲਣ ਲੱਗ ਪਈਆਂ। ਅਰਧ ਜਲੀ ਤਬ ਰੌਰ ਮਚਾਇਓ। ਚੁੱਪ ਰਹੇ। ਜਦੋਂ ਅੱਧਾ ਕੁ ਸੰਸਕਾਰ ਵੇਖਿਆ ਨਾ, ਵੀ ਲੱਗਦਾ ਵੀ ਅੱਧਾ ਕੁ ਸਰੀਰ ਦਾ ਸੰਸਕਾਰ ਮਹਾਰਾਜ ਦੇ ਹੋ ਗਿਆ, ਫਿਰ ਇਹਨਾਂ ਵਣਜਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਿਨਹੂ ਆਨ ਇਤ ਅਗਨ ਲਗਾਇਓ। ਇਹ ਅੱਧਾ ਕੁ ਸੰਸਕਾਰ ਤਾਂ ਕਰਕੇ ਨਾ ਏਦਾਂ ਰੌਲਾ ਪਾਇਆ ਵੀ ਲੋਕ ਸੁਣ ਕੇ ਆਉਣਗੇ, ਵੀ ਇਹ ਨਾ ਹੋਵੇ ਵੀ ਜਦੋਂ ਅੱਗ ਬੁਝਾਉਣ ਲੱਗਣ ਤੇ ਮਹਾਰਾਜ ਦੇ ਸਰੀਰ ਦਾ ਸੰਸਕਾਰ ਹੀ ਨਾ ਹੋਇਆ ਹੋਵੇ। ਜੇ ਅੱਧਾ ਕੁ ਪਹਿਲਾਂ ਮਚਿਆ ਹੋਊਗਾ ਫਿਰ ਰੌਲਾ ਪਾਵਾਂਗੇ, ਕਰਦਿਆਂ ਕਰਦਿਆਂ ਲੋਕ ਇਕੱਠੇ ਹੋਣਗੇ, ਉਦੋਂ ਨੂੰ ਪੂਰਾ ਸੰਸਕਾਰ ਹੋ ਜਾਏਗਾ। ਰੌਲਾ ਪਾਉਣ ਲੱਗ ਪਏ, ਲੋਕੋ ਅਸੀਂ ਲੁੱਟੇ ਗਏ, ਸਾਡਾ ਘਰ ਸੜ ਗਿਆ, ਕਿਸੇ ਨੇ ਅੱਗ ਲਾਤੀ ਸਾਡੇ ਘਰਾਂ ਨੂੰ। ਇਤੇ ਉਤ ਫਿਰਤ ਬੁਝਾਵਤ ਮਨੋ। ਕਹਿੰਦੇ ਵੀ ਉੱਤੋਂ ਉੱਤੋਂ ਵਿਖਾਰੇ, ਕਦੀ ਇੱਧਰ ਨੂੰ ਭੱਜਦੇ ਕਦੀ ਉੱਧਰ ਨੂੰ, ਵੀ ਜਿਵੇਂ ਅੱਗ ਬੁਝਾ ਰਹੇ ਹੋਣ। ਦੂਰ ਕਿਨੇਰੇ ਸਭ ਨੇ ਸੁਣਾ। ਜਦੋਂ ਰੌਲਾ ਪਿਆ ਵੇਖਿਆ, ਦੂਰ ਨੇੜੇ ਜਿੰਨੇ ਕੋਈ ਲੋਕ ਰਹਿੰਦੇ ਸਨ ਉਹਨਾਂ ਨੇ ਸੁਣਿਆ ਵੀ ਇਹ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਹੈ। ਦੌੜ ਦੌੜ ਕੇ ਤੱਕ ਚੱਲ ਆਏ। ਕਿੰਨੇ ਲੋਕ ਦੌੜ ਦੌੜ ਕੇ ਆਏ ਨੇ ਵੀ ਚਲੋ ਅੱਗ ਬੁਝਾਈਏ ਜਾ ਕੇ। ਬੁਝੈ ਨਹੀਂ ਕਰ ਅਦਕ ਜਲਾਏ। ਕਿਉਂਕਿ ਬਹੁਤ ਜ਼ਿਆਦੀ ਤੇਜ਼ ਪ੍ਰਚੰਡ ਅਗਲੀ ਬਣਨ ਕਰਕੇ ਅੰਗੀਠਾ ਵੀ ਬਹੁਤ ਅੰਦਰ ਮਚ ਗਿਆ ਤੇ ਘਰ ਵੀ ਅੱਧੇ ਨਾਲੋਂ ਤਾਂ ਜ਼ਿਆਦਾ ਸਾੜੀ ਗਿਆ ਹੈ। ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ, ਯਤਨ ਕਰਦੇ ਆ, ਕੋਈ ਮਿੱਟੀ ਪਾਉਂਦਾ ਥੋੜੀ ਬਹੁਤ, ਕੋਈ ਪਾਣੀ ਦੀ ਬਾਲਟੀ ਸਿੱਟਦਾ, ਪਰ ਅੱਗ ਬੁਝਦੀ ਨਹੀਂ ਹੈ। ਇੰਦਨ ਕੋ ਸੰਚੈ ਬਹੁ ਕਰਿਓ। ਕਿਉਂਕਿ ਲੱਕੜਾਂ ਬਹੁਤ ਹੀ ਸੁੱਕੀਆਂ ਇਕੱਠੀਆਂ ਕਰ ਕਰਕੇ ਰੱਖੀਆਂ ਸਨ ਅੰਦਰ। ਕਹਾਂ ਨਿਕਾਸੈ ਬੀਚ ਸੁਜਰਿਓ। ਕਹਾਂ ਨਿਕਾਸੈ ਬੀਚ ਸੁਜਰਿਓ। ਕਹਿੰਦੇ ਵੀ ਕਿੱਥੋਂ ਕੱਢ ਸਕਦੇ ਸੀ, ਉਹ ਲੱਕੜਾਂ ਦੇ ਨਾਲ ਅਗਨ ਮਚਨ ਕਰਕੇ ਸਾਰਾ ਹੀ ਘਰ ਸੜ ਗਿਆ। ਇਮ ਫਰੇਬ ਸਭਨ ਮਹਿ ਕਰਕੇ। ਇਸ ਤਰ੍ਹਾਂ ਫਰੇਬ ਕੀਤਾ ਗੁਰਸਿੱਖਾਂ ਨੇ। ਇਹ ਭਾਵ ਕਿ ਨਿਗਾਹ ਨੂੰ ਧੋਖਾ ਦੇ ਕੇ ਹੋਰਾਂ ਨੂੰ ਹੋਰ ਵੱਲ ਛਲ ਜਿਆ ਕਰਕੇ। ਸੰਸਕਾਰੇ ਸਤਿਗੁਰੂ ਸੁਧਰ ਕੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੰਸਕਾਰ ਬਹੁਤ ਹੀ ਭਾਵਨਾ ਦੇ ਨਾਲ ਕੀਤਾ ਹੈ। ਕਹਿੰਦੇ ਭਾਈ ਲੱਖੀ ਸ਼ਾਹ ਵਣਜਾਰਾ ਤੇ ਨਾਲ ਦੇ ਸਾਥੀ ਬਾਹਰ ਰੋਈ ਜਾਣ ਉੱਚੀ ਉੱਚੀ। ਜਿਹੜੇ ਲੋਕ ਆਏ ਉਹ ਵੇਖਣ ਵੀ ਇਸ ਕਰਕੇ ਰੋ ਰਹੇ ਨੇ ਵੀ ਇਹਨਾਂ ਦਾ ਘਰ ਸੜ ਗਿਆ ਹੈ, ਭਈ ਇਹਨਾਂ ਦਾ ਸਮਾਨ ਸੜ ਗਿਆ ਤਾਂ ਰੋਂਦੇ ਹਨ। ਪਰ ਉਹ ਤਾਂ ਗੁਰਸਿੱਖ ਨੂੰ ਪਤਾ ਹੈ ਵੀ ਉਹ ਵੈਰਾਗ ਦੇ ਵਿੱਚ
ਉਹ ਆਪਣੇ ਅੰਦਰ ਦਾ ਜਿਹੜਾ ਉਹਦੇ ਵੈਰਾਗ ਦੱਬੀ ਬੈਠਾ ਸੀ, ਜਦੋਂ ਮਹਾਰਾਜ ਦਾ ਸੰਸਕਾਰ ਕੀਤਾ, ਅਗਨ ਭੇਟ ਕੀਤਾ, ਤਾਂ ਉਹ ਵੈਰਾਗ ਵਿੱਚ ਰੋ ਰਿਹਾ ਹੈ। ਲੋਕ ਇਹ ਸਮਝਦੇ ਨੇ ਵੀ ਇਉਂ ਲੱਗਦਾ ਵੀ ਇਹ ਆਪਣੇ ਘਰ ਨੂੰ ਸੜਦਾ ਵੇਖ ਕੇ ਰੋ ਰਹੇ ਨੇ। ਇਹ ਵੀ ਇਤਿਹਾਸ ਵਿੱਚ ਇੱਦਾਂ ਵੀ ਜ਼ਿਕਰ ਆਉਂਦਾ ਵੀ ਜਦੋਂ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਗੱਡਾ ਭਜਾ ਕੇ ਪਹਿਲਾਂ ਅੱਗੇ ਆ ਗਿਆ, ਬਾਕੀਆਂ ਦੀ ਤਲਾਸ਼ੀ ਹੋਈ ਤਾਂ ਸਿਪਾਹੀ ਇਹਦੇ ਮਗਰ ਘਰ ਵੱਲ ਨੂੰ ਆਏ। ਆਉਂਦਿਆਂ ਨੂੰ ਕੀ ਵੇਖਿਆ ਵੀ ਘਰ ਨੂੰ ਅੱਗ ਲੱਗੀ ਆ ਤੇ ਰੌਲਾ ਮਚਿਆ ਹੋਇਆ। ਉਹ ਵਾਪਸ ਹੀ ਮੁੜ ਗਏ ਵੀ ਇਹ ਤਾਂ ਆਪ ਲੱਗਦਾ ਕੋਈ ਬਿਪਤਾ ਨੂੰ ਫੜੇ ਆ, ਵੀ ਇਹਨਾਂ ਦੀ ਤਲਾਸ਼ੀ ਕਾਹਤੋਂ ਕਰਨੀ ਹੈ। ਗੁਰੂ ਸਾਹਿਬ ਨੇ ਐਸੀ ਕਲਾ ਵਰਤਾਈ। ਭਾਈ ਲੱਖੀ ਸ਼ਾਹ ਵਣਜਾਰਾ ਤੇ ਇਹਦੇ ਸਾਥੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ। ਭਈ ਪ੍ਰਭਾਤ ਪੁਸ਼ਪ ਚੁਨ ਸੋ। ਕਹਿੰਦੇ ਵੀ ਸਵੇਰ ਹੋਈ ਤਾਂ ਉਦਮ ਕਰ ਕਰਾ ਕੇ ਮਹਾਰਾਜ ਦਾ ਇਹਨਾਂ ਨੇ ਅੰਗੀਠਾ ਇਕੱਠਾ ਕਰ ਲਿਆ। ਤਾਂਬਰ ਗਾਗਰੈ ਭਰ ਕਰ ਦੋ। ਤਾਂਬੇ ਦੀਆਂ 2 ਵੱਡੀਆਂ ਵੱਡੀਆਂ ਗਾਗਰਾਂ ਜਿਹੜੀਆਂ ਸਨ, ਉਹਨਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਅੰਗੀਠੇ ਦੀ ਰਾਖ ਸਾਰੀ ਹੂੰਜ ਕੇ ਭਰ ਲਈ। ਨੀਮੋ ਖੰਨਿਓ ਸੋ ਖਾਤ ਵਿਸਾਲਾ। ਤੇ ਜਿੱਥੇ ਸਤਿਗੁਰਾਂ ਦਾ ਸੰਸਕਾਰ ਕੀਤਾ ਸੀ ਉਸੇ ਥਾਂ ਬਹੁਤ ਕਹਿੰਦੇ ਡੂੰਘਾ ਟੋਆ ਪੱਟ ਕੇ ਚਿਖਾ ਥਾਨ ਗਾਡੀ ਤਤਕੱਲਾ। ਮਹਾਰਾਜ ਦੇ ਸੰਸਕਾਰ ਵਾਲੇ ਥਾਂ ਤੇ ਹੀ ਦੋਵੇਂ ਗਾਗਰਾਂ ਮਹਾਰਾਜ ਦੇ ਅੰਗੀਠੇ ਦੀ ਰਾਖ ਸੰਭਾਲ ਕੇ ਇਹਨਾਂ ਨੇ ਧਰਤੀ ਦੇ ਹੇਠਾਂ ਦੱਬ ਦਿੱਤੀਆਂ। ਕੋਈ ਨਾ ਜਾਣ ਸਕਿਓ ਮਤ ਹੀਨੇ। ਮਹਾਰਾਜ ਸਾਹਿਬ ਜੀ ਨੇ ਕਲਾ ਵਰਤਾਈ ਵੀ ਮਤ ਹੀਣੇ ਤੁਰਕ ਕੋਈ ਜਾਣ ਹੀ ਨਹੀਂ ਸਕੇ ਵੀ ਕਿਵੇਂ ਧੜ ਚਲੇ ਗਿਆ ਬਾਜ਼ਾਰ ਚੋਂ, ਕਿਵੇਂ ਸੰਸਕਾਰ ਹੋ ਗਿਆ। ਏਮ ਸਤਿਗੁਰ ਸੰਸਕਾਰ ਨਕੀਨੇ। ਇਸ ਤਰ੍ਹਾਂ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦਾ ਸੰਸਕਾਰ ਕੀਤਾ। ਘਨੋ ਤਿਹਾਵਲ ਤਬ ਕਰਵਾਇਓ। ਬਹੁਤ ਜ਼ਿਆਦੀ ਕੜਾ ਪ੍ਰਸ਼ਾਦ ਦੀ ਦੇਗ ਵੀ ਜਿਵੇਂ ਮਰਿਆਦਾ ਹੈ ਤਿਆਰ ਕਰਾਈ। ਸਿੱਖ ਸੰਗਤ ਸਭ ਮੇਲ ਬਣਾਇਓ। ਜਿੰਨੇ ਕਾਪਸ ਵਿੱਚ ਵਣਜਾਰੇ ਗੁਰਸਿੱਖ ਪਿਆਰੇ ਸਨ, ਮਹਾਰਾਜ ਸਾਹਿਬ ਦੇ ਨਾਮ ਤੇ ਪਈ ਬਾਣੀ ਪੜ੍ਹ ਕੇ ਜਪ ਸਾਹਿਬ ਦਾ ਪਾਠ, ਸੋਲਾ ਸਾਹਿਬ ਦਾ ਪਾਠ ਕਰਕੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ। ਸਿੱਖ ਸੰਗਤ ਸਭ ਮੇਲ ਬਣਾਇਓ। ਸ਼ਬਦ ਰਬਾਬੀ ਮਿਲਤ ਹੈ ਗਾਇਓ। ਤੇ ਰਬਾਬੀ ਸਿੱਖਾਂ ਨੇ ਮਿਲ ਕੇ ਗੁਰਬਾਣੀ ਦੇ ਸ਼ਬਦ ਗਾਏ। ਕਰ ਅਰਦਾਸ ਸਭਨ ਵਰਤਾਇਓ। ਅਰਦਾਸ ਕਰਕੇ ਮਹਾਰਾਜ ਸਾਹਿਬ ਦੇ ਨਾਮ ਦੀ ਸਭ ਵਿੱਚ ਵਰਤਾ ਦਿੱਤਾ। ਜੋੜ ਮੇਲ ਏਮ ਕਰ ਸਭ ਰੀਤ। ਇਸ ਤਰ੍ਹਾਂ ਹਰ ਤਰ੍ਹਾਂ ਦੀ ਰੀਤੀ ਨਾਲ ਜੋੜ ਮੇਲ ਜੋ ਵੀ ਮਰਿਆਦਾ ਜਿੰਨੀ ਇਹ ਕਰ ਸਕੇ ਨੇ ਲੋਕ ਛਿਪ ਕੇ ਆਪਣੇ ਘਰਾਂ ਵਿੱਚ। ਸ਼ਰਧਾ ਧਰਤ ਅਦਕ ਮਨ ਪ੍ਰੀਤ। ਬਹੁਤ ਸ਼ਰਧਾ ਤੇ ਪਿਆਰ ਧਾਰਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ। ਚਿਖ ਸਥਾਨ ਪਰ ਸ਼ਾਨ ਸ਼ਵਾਈ। ਜਿੱਥੇ ਮਹਾਰਾਜ ਦੇ ਅੰਗੀਠੇ ਨੂੰ ਸਰੀਰ ਨੂੰ ਸੰਸਕਾਰਿਆ ਸੀ ਉਸ ਥਾਂ ਤੇ ਇਹਨਾਂ ਨੇ ਫਿਰ ਨਵੀਂ ਛੰਨ ਬੰਨ੍ਹ ਦਿੱਤੀ ਤਾਂ ਕਿ ਨਿਸ਼ਾਨਦੇਹੀ ਰਹੇ। ਦੀਪ ਜਲਾਵਤ ਰਹੇ ਸਦਾਈ। ਤੇ ਸਦਾ ਹੀ ਕਹਿੰਦੇ ਦੇਸੀ ਘਿਓ ਦਾ ਦੀਵਾ ਮਹਾਰਾਜ ਦੇ ਸਥਾਨ ਤੇ ਬਾਲਦੇ ਰਹੇ। ਹਰ ਮੰਦਰ ਜਿਮ ਪੁਨਹ ਉਸਾਰਿਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਸ ਥਾਂ ਤੇ ਜਿਵੇਂ ਬਾਅਦ ਚ ਹਰਮੰਦਰ ਭਾਵ ਕੇ ਉਹ ਰਕਾਬਗੰਜ ਸਾਹਿਬ ਵਾਲਾ ਜਿਵੇਂ ਪੱਕਾ ਸਥਾਨ ਬਣਿਆ। ਸੋ ਪ੍ਰਸੰਗ ਅਬ ਨਹੀਂ ਉਚਾਰਿਓ। ਉਹ ਕਥਾ ਇੱਥੇ ਨਹੀਂ, ਕਵੀ ਜੀ ਕਹਿੰਦੇ ਮੈਂ ਕਹਿਣ ਲੱਗਾ ਕਥਾ ਵਿਖੇ ਅਵਸਰ ਜਹ ਪਾਉ। ਅੱਗੇ ਕਥਾ ਦੇ ਵਿੱਚ 10ਵੇਂ ਪਾਤਸ਼ਾਹ ਦੇ ਜੀਵਨ ਵਿੱਚ ਜਦੋਂ ਮੈਨੂੰ ਮੌਕਾ ਜਿਹਾ ਮਿਲੂਗਾ ਨਾ ਮਹਾਰਾਜ ਸਾਹਿਬ ਦੇ ਉਹ ਦਰਬਾਰ ਬਣਨ ਦੀ ਕਥਾ ਕਹਿਣ ਦਾ, ਸੋ ਸਭਨੀ ਕੀ ਰੀਤ ਸੁਨਾਉ। ਉਹ ਫਿਰ ਸਾਰੀ ਕਥਾ ਚੰਗੀ ਤਰ੍ਹਾਂ ਦੱਸੋ ਵੀ ਕਿਵੇਂ ਇਹ ਛੱਪਰ ਤੋਂ ਕਹਿੰਦੇ ਵੱਡਾ ਸਥਾਨ ਪ੍ਰਗਟ ਹੋਇਆ। ਗੁਰ ਸਿੱਖਨ ਕੋ ਅਦਕ ਰਜਾਉ। ਤੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਕਥਾ ਸੁਣਾ ਕੇ ਖੁਸ਼ ਕਰਾਂਗਾ ਮੈਂ ਆਪਣੇ ਉੱਤੇ। ਜਿਸ ਤੇ ਗੁਰ ਮਿਲਵੇ ਬਰ ਪਾਉ। ਤੇ ਜਿਸ ਕਰਕੇ ਗੁਰਾਂ ਦੀ ਗੁਰੂ ਦੇ ਸਿੱਖਾਂ ਦੀ ਖੁਸ਼ੀ ਹੋਵੇ ਤਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਗੁਰੂ ਨੂੰ ਮਿਲਣ ਦਾ ਵਰ ਪਾਵਾਂਗਾ, ਕਿਉਂਕਿ ਜੇ ਗੁਰੂ ਦੇ ਸਿੱਖ ਖੁਸ਼ ਹੋਣ ਤਾਂ ਗੁਰੂ ਸਾਹਿਬ ਦੇ ਨਾਲ ਮਿਲਣ ਦੀ ਜਿਹੜੀ ਉਹਨਾਂ ਕੋਲੋਂ ਮੈਂ ਜਾਚਨਾ ਕਰਾਂਗਾ ਵੀ ਜੇ ਮੇਰੇ ਤੇ ਸਿੱਖੋ ਖੁਸ਼ ਜੇ ਤਾਂ ਇਹ ਕਿਰਪਾ ਕਰੋ ਮੈਂ ਆਪਣੇ ਗੁਰੂ ਨੂੰ ਪ੍ਰਾਪਤ ਹੋਵਾਂ। 13 ਸਥਾਨ ਫਿਰ ਬਾਅਦ ਦੇ ਵਿੱਚ ਬਾਬਾ ਬਘੇਲ ਸਿੰਘ ਜੀ ਨੇ ਪ੍ਰਗਟ ਕੀਤੇ, ਜਿਵੇਂ ਸੀਸਗੰਜ ਸਾਹਿਬ, ਰਕਾਬਗੰਜ, ਬੰਗਲਾ ਸਾਹਿਬ, ਬਾਲਾ ਸਾਹਿਬ, ਨਾਨਕ ਪਿਆਓ ਅਤੇ ਇਸ ਤਰ੍ਹਾਂ ਕਰਕੇ ਮੋਤੀ ਬਾਗ ਹੋਰ 13 ਸਾਧ ਸੰਗਤ ਜੀ ਅਸਥਾਨ ਮਹਾਰਾਜ ਸਾਹਿਬ ਜੀ ਦੇ ਉੱਥੇ ਪ੍ਰਗਟ ਹੋਏ।
ਤੇ ਬਾਅਦ ਵਿੱਚ ਜਿਵੇਂ ਮਹਾਰਾਜਾ ਸਾਹਿਬ ਨੇ ਫਿਰ ਉਹਨਾਂ ਦੇ ਸੋਨੇ ਦੀਆਂ ਪਾਲਕੀਆਂ ਰੱਖ ਕੇ ਹੋਰ ਪੱਕਿਆਂ ਕੀਤਾ। ਸੋ ਇਹ ਕਥਾ ਕਵੀ ਜੀ ਕਹਿੰਦੇ ਅੱਗੇ ਆਉਣ ਵਾਲੇ ਸਮੇਂ 'ਚ ਸੁਣਾਵਾਂਗਾ। ਦੋਹਰਾ ਠੌਰ ਠੌਰ ਰੌਰਾ ਪਰਿਓ। ਐਵੇਂ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਧੜਨਾ ਲੱਭਾ ਤਾਂ ਥਾਂ ਥਾਂ ਤੇ ਰੌਲਾ ਪੈ ਗਿਆ। ਪ੍ਰਥਮ ਸੀਸ ਨਹਿ ਪਾਏ। ਪਹਿਲਾਂ ਤਾਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨਹੀਂ ਸੀ ਲੱਭ ਲਿਆ। ਲੋਭ ਭਇਓ ਗੁਰ ਧਰ ਅਬ ਹੈ। ਵੇਖੋ ਵੀ ਹੁਣ ਗੁਰਾਂ ਦਾ ਧੜ ਵੀ ਅਲੋਪ ਹੀ ਹੋ ਗਿਆ ਹੈ। ਦੇਖ ਰਹੇ ਬਹੁ ਥਾਏ। ਕਈ ਥਾਵਾਂ ਤੇ ਤਲਾਸ਼ੀ ਕੀਤੀ ਹੈ, ਖੋਜ ਕੀਤੀ ਪਰ ਨਹੀਂ ਪ੍ਰਾਪਤ ਹੋਇਆ। ਚੌਪਈ ਮੂੜ ਨੁਰੰਗੇ ਢਿੱਗ ਸੁਧ ਗਏ। ਉਸ ਵੇਲੇ ਜਦੋਂ ਹਾਰ ਹੰਬ ਗਏ ਫਿਰ ਮੂਰਖ ਔਰੰਗਜ਼ੇਬ ਨੂੰ ਖਬਰ ਦੇਣੀ ਪਈ। ਪ੍ਰਥਮ ਸੀਸ ਕੀ ਜੋ ਬਿਦ ਭਈ। ਇਹ ਬਾਦਸ਼ਾਹ ਜੀ ਜੋ ਪਹਿਲਾਂ ਸੀਸ ਅਲੋਪ ਹੋਣ ਵਾਲੀ ਗੱਲ ਹੋਈ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ, ਤੇ ਮਹੀਂ ਧਰ ਧਰਨੀ ਮਹਿ ਬਰਿਓ। ਉਸੇ ਤਰ੍ਹਾਂ ਇਉਂ ਜਾਪਦਾ ਮਹਾਰਾਜ ਦਾ ਧੜ ਵੀ ਕਿਸੇ ਤਰ੍ਹਾਂ ਧਰਤੀ ਵਿੱਚ ਹੀ ਅਲੋਪ ਹੋ ਗਿਆ ਹੈ। ਜੈ ਆਕਾਸ਼ ਮਹਿ ਊਰਦ ਚਰਿਓ। ਜਾਂ ਕਿਤੇ ਆਕਾਸ਼ ਨੂੰ ਉੱਪਰ ਨੂੰ ਚਲਾ ਗਿਆ ਜਾਂ ਧਰਤੀ 'ਚ ਹੀ ਅਲੋਪ ਹੋਇਆ, ਏਦਾਂ ਜਾ ਕੇ ਖਬਰ ਦਿੱਤੀ। ਕਿਸ ਹੋਂ ਤੇ ਕੁਛ ਜਾਏ ਨਾ ਜਾਣੀ। ਕਿਉਂਕਿ ਕਿਸੇ ਕੋਲ ਕੁਝ ਜਾਣਿਆ ਹੀ ਨਹੀਂ ਜਾਂਦਾ ਵੀ ਧੜ ਗਿਆ ਕਿਧਰ ਹੈ, ਜਾ ਕਿਵੇਂ ਸਕਦਾ ਹੈ। ਭਇਓ ਲੋਪ ਦੇਖਤ ਅਗਵਾਨੀ। ਆ ਲੋਕ ਉੱਥੇ ਸਾਹਮਣੇ ਵੇਖ ਰਹੇ ਸਨ, ਉਹਨਾਂ ਦੇ ਵੇਂਦੇ ਵੇਂਦੇ ਬਾਦਸ਼ਾਹ ਜੀ ਧੜ ਦਿਖਣੋਂ ਹਟਿਆ ਗੁਰਾਂ ਦਾ। ਸੁਨ ਸੁਨ ਅਚਰਜ ਕੋ ਤਬ ਸ਼ਾਹੂ। ਇਹ ਹੈਰਾਨ ਕਰਨ ਵਾਲੀਆਂ ਗੱਲਾਂ ਸੁਣ ਸੁਣ ਕੇ ਔਰੰਗਜ਼ੇਬ ਰਹਿਓ ਬਿਸੂਰਤ ਬਹੁ ਮਨ ਮਾਹੂ। ਮਨ ਵਿੱਚ ਕਹਿੰਦੇ ਬੜਾ ਦੁਖੀ ਹੋ ਰਿਹਾ ਵੀ ਇਹ ਗੱਲ ਬਣ ਕੀ ਰਹੀ ਹੈ। ਪਹਿਲਾਂ ਸੀਸ ਨਹੀਂ ਲੱਭਾ, ਹੁਣ ਧੜ ਵੀ ਅਲੋਪ ਹੋ ਗਿਆ। ਕਰਾਮਾਤ ਕਾਮਲ ਵੱਡ ਅਹੇ। ਫਿਰ ਸੋਚਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਸ਼ਕਤੀਆਂ ਕਰਾਮਾਤਾਂ ਵਿੱਚ ਪੂਰਨ ਹਨ, ਤਉ ਨ ਰੰਚ ਦਿਖਾਵਨ ਚਹੇ। ਪਰ ਫੇਰ ਵੀ ਮੇਰੇ ਕਹੇ ਦੇ ਰੰਚਕ ਮਾਤਰ ਵੀ ਕੋਈ ਕਰਾਮਾਤ ਮੈਨੂੰ ਨਹੀਂ ਉਹਨਾਂ ਵਿਖਾਈ। ਖਰੇ ਸਿਪਾਹੀ ਗਨ ਰਖਵਾਰੇ। ਇਹ ਗੁਰੂ ਸਾਹਿਬ ਦੇ ਧੜ ਦੇ ਚਾਰ ਸਫੇਰੇ ਕਿੰਨੇ ਮੇਰੇ ਸਿਪਾਹੀ ਰਖਵਾਲੀ ਕਰ ਰਹੇ ਸਨ। ਧਰ ਸਿਰ ਦੁਰੇ ਨਾ ਕਿਨਹੁ ਨਿਹਾਰੇ। ਪਹਿਲਾਂ ਸੀਸ ਲੁਕ ਗਿਆ ਕਿਧਰੇ, ਹੁਣ ਧੜ ਛਿਪ ਗਿਆ, ਕਿਸੇ ਨੇ ਵੇਖਿਆ ਹੀ ਨਹੀਂ ਵੀ ਗਏ ਕਿਧਰ ਹਨ। ਪਨਹਿ ਮੁਲਾਨੇ ਜੇ ਦੁਰ ਗਏ। ਭਨੇ ਮੁਲਾਨੇ ਔਰੰਗਜ਼ੇਬ ਨੂੰ ਕਹਿੰਦੇ ਆ ਵੀ ਫਿਰ ਕੀ ਹੋਇਆ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਤੇ ਸੀਸ ਛਿਪ ਗਏ ਹਨ। ਤੁਮਹੁ ਕਾਜ ਆਪਣੇ ਕਰ ਲਏ। ਇਹ ਬਾਦਸ਼ਾਹ ਜੀ ਤੁਸੀਂ ਤਾਂ ਆਪਣਾ ਕੰਮ ਕਰ ਲਿਆ ਨਾ, ਜਿਹੜਾ ਕਰਨਾ ਸੀ ਉਹਨਾਂ ਨੂੰ ਕਤਲ ਕਰਕੇ। ਸ਼ਰਾ ਨ ਮਾਨੀ ਪ੍ਰਾਨ ਬਿਨਾਸੇ। ਤੁਹਾਡੀ ਸ਼ਰ੍ਹਾ ਵਾਲੀ ਗੱਲ ਉਹਨਾਂ ਮੰਨੀ ਨਹੀਂ ਸੀ, ਤਾਈਓ ਫਿਰ ਕਹਿੰਦੇ ਵੀ ਉਹ ਆਪਣਾ ਸਰੀਰ ਦਾ ਨਾਸ਼ ਕੀਤਾ ਕਰਾ ਲਿਆ। ਆਪਨਾ ਰਮਾਨੈ ਜਥਾ ਪ੍ਰਕਾਸ਼ੇ। ਬਸ ਹੁਣ ਲੋਕ ਆਪਣੇ ਆਪ ਹੀ ਮੰਨਣਗੇ ਜਿਵੇਂ ਆਪਾਂ ਕਵਾਂਗੇ ਵੀ ਇਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਦਾ, ਸਾਨੂੰ ਨਹੀਂ ਇਹਨਾਂ ਛੱਡਣਾ। ਤੇ ਮੁੱਲਾ ਕਹਿੰਦੇ ਹੈ ਬਾਦਸ਼ਾਹ ਹੁਣ ਡਰ ਮੰਨਣਗੇ ਲੋਕ, ਜਿਵੇਂ ਤੁਸੀਂ ਕਹੋਗੇ ਉਹੀ ਗੱਲ ਮੰਨਣਗੇ। ਸਭ ਕੋ ਔਰ ਡਰ ਹੋਏ ਬਿਸਾਲਾ। ਇਸ ਚੀਜ਼ ਨੂੰ ਵੇਖ ਕੇ ਸਾਰਿਆਂ ਦੇ ਹਿਰਦੇ 'ਚ ਬੜਾ ਭਾਰੀ ਡਰ ਪੈਦਾ ਹੋਵੇਗਾ। ਹੁਕਮ ਅਦੂਲੀ ਤੇ ਅਸਹਾਲਾ। ਲੋਕ ਜਾਣਨਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਦਸ਼ਾਹ ਦੀ ਹੁਕਮ ਅਦੂਲੀ ਕੀਤੀ, ਹੁਕਮ ਨਹੀਂ ਮੰਨਿਆ। ਤੇ ਵੇਖੋ ਉਹਨਾਂ ਦੇ ਸਰੀਰ ਦਾ ਆਹ ਹਾਲ ਹੋਇਆ। ਜੇ ਅਸੀਂ ਵੀ ਹੁਕਮ ਨਹੀਂ ਮੰਨਾਂਗੇ ਸਾਡੀ ਵੀ ਇਹ ਹਾਲਤ ਨਾ ਹੋ ਜੇ ਕਿਤੇ। ਸਮਝਾਇਓ ਬਹੁ ਬਾਰ ਕਨੇਰੇ। ਬਾਕੀ ਤੁਸੀਂ ਵੇਖੋ ਬਾਦਸ਼ਾਹ ਜੀ ਸਾਨੂੰ ਭੇਜ ਕੇ ਆਪਣੇ ਉਮਰਾਬ ਮਲਾਣੇ ਕਾਜੀ ਬਹੁਤ ਵਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਝਾਇਆ ਵੀ ਤੁਸੀਂ ਬਾਦਸ਼ਾਹ ਦੀ ਗੱਲ ਮੰਨ ਕੇ ਮੁਸਲਮਾਨ ਬਣ ਜਾਓ। ਨਹਿ ਮਾਨਿਓ ਹਠ ਠਾਨ ਵਡੇਰੇ। ਪਰ ਉਹ ਮੰਨੇ ਨਹੀਂ ਹੈ, ਬੜਾ ਭਾਰੀ ਹੱਠ ਜਿਹਦੀ ਕਹਿੰਦੇ ਵੀ ਧਾਰੀ ਰੱਖੀ ਉਹਨਾਂ। ਸੁਨ ਕਰ ਪਨਹਿ ਮੂੜ ਚਬਗੱਤਾ। ਇਹ ਮੁੱਲਾ ਮਲਾਣਿਆਂ ਕੋ ਸੁਣ ਕੇ ਮੂਰਖ ਚਬਗੱਤੇ ਗੋਤ ਦਾ ਔਰੰਗਜ਼ੇਬ ਕਹਿੰਦਾ ਹੈ ਹਿੰਦ ਧਰਮ ਕੀ ਰਾਖੀ ਸੱਤਾ। ਕਹਿੰਦਾ ਮਲਾਣਿਓ ਜੋ ਮਰਜ਼ੀ ਕਹੀ ਜਾਓ, ਹੁਣ ਮੈਨੂੰ ਇਉਂ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਜਿਹੜੀ ਸੱਤਾ ਹੈ ਨਾ ਉਹ ਕਾਇਮ ਰੱਖ ਲਈ ਹੈ, ਉਹਨਾਂ ਦਾ ਧਰਮ ਬਚਾ ਗਏ ਹਨ। ਮੋਰ ਮਨੋਰਥ ਭਇਓ ਨਾ ਸੋਈ। ਜਿਹੜਾ ਮੇਰੇ ਮਨ ਦਾ ਮਨੋਰਥ ਸੀ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਮੁਸਲਮਾਨ ਕਰਾਂ, ਤੇ ਬਾਕੀ ਆਪੇ ਹੀ ਵੇਖ ਕੇ ਹੁਣ ਉਹ ਤਾਂ ਨਹੀਂ ਪੂਰਾ ਹੋਇਆ। ਕਲਮਾ ਪਠੈ ਤੁਰਕ ਜਗ ਹੋਈ। ਮੈਂ ਚਾਹੁੰਦਾ ਸੀ ਵੀ ਇਹ ਆਪ ਵੀ ਕਲਮਾ ਪੜਨ ਤੇ ਜਗਤ ਵਿੱਚ ਮੁਸਲਮਾਨ ਬਣਨ, ਬਾਕੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਵੱਲ ਵੇਖ ਕੇ ਬਣਨ। ਜਮਾਦਾਰ ਕੋ ਤਬ ਹੈ ਬੁਲਾਇਓ। ਇਹ ਗੱਲਾਂ ਬਾਤਾਂ
ਹੋਈਆਂ ਤਾਂ ਜਮਾਦਾਰ ਦਰੋਗੇ ਉਹ ਬਦੁੱਲੇ ਨੂੰ ਸੱਦਿਆ ਵੀ ਉਹਨੂੰ ਪੁੱਛਦੇ ਆ ਵੀ ਇਹ ਗੱਲ ਕੀ ਆ। ਤਰਜ ਕਹਿਉ ਤੈ ਕਿਆ ਕਰ ਆਇਓ। ਉਹਨੂੰ ਝਿੜਕਦਿਆਂ ਹੋਇਆ ਤਰਜਦਿਆਂ ਹੋਇਆ ਕਹਿਣ ਲੱਗਾ ਉਹ ਦਰੋਗੇ ਤੂੰ ਇਹ ਕੀ ਕਰੀ ਜਾਣਾ, ਕੀ ਕਰਕੇ ਆਇਆ ਹੈ। ਸਿਰ ਧਰ ਕੀ ਨਾ ਕਰੀ ਟਕਰਾਈ। ਤੂੰ ਕਾਹਦਾ ਕਹਿੰਦੇ ਵੀ ਸਿਪਾਹੀ ਹੈ ਤੂੰ, ਨਾ ਮਹਾਰਾਜ ਦੇ ਸਿਰ ਦੀ ਨਾ ਧੜ ਦੀ ਕਹਿੰਦੇ ਰਖਵਾਲੀ ਕਰ ਸਕਿਆ। ਸਭ ਤੇ ਕੋਲੇ ਗਇਓ ਚੁਰਾਈ। ਆ ਵੇਖ ਤੁਹਾਡੇ ਸਾਰੇ ਸਾਹਮਣੇ ਕੋਈ ਆ ਕੇ ਚੋਰੀ ਕਰਕੇ ਧੜ ਦੇ ਸੀਸ ਲੈ ਗਿਆ ਹੈ। ਹਾਥ ਜੋਰ ਤਿਨ ਗਾਥ 부ਝਾਈ। ਤੇ ਹੱਥ ਜੋੜ ਕਰਕੇ ਜਿਹੜਾ ਦਰੋਗਾ ਹੈ ਉਹ ਫਿਰ ਬਾਦਸ਼ਾਹ ਨੂੰ ਕਹਿਣ ਲੱਗਾ ਸੀਸ ਸਮੈ ਨਰ ਥੇ ਸਮੁਦਾਈ। ਵੀ ਹੇ ਔਰੰਗਜ਼ੇਬ ਬਾਦਸ਼ਾਹ ਜੀ, ਹੁਣ ਤਾਂ ਚਲੋ ਧੜ ਦੀ ਗੱਲ ਹੈ ਵੀ ਉੱਥੇ ਮੇਰਾ ਪਹਿਰਾ ਸੀ, ਪਰ ਜਦੋਂ ਸੀਸ ਮਹਾਰਾਜ ਦਾ ਲੋਪ ਹੋਇਆ ਉਦੋਂ ਤੁਹਾਡੇ ਆਕਾ ਜੀ ਆ ਮੁਲਾਣੇ ਅਮਰਾਵ ਜਲਾਦ ਇਹ ਵੀ ਉੱਥੇ ਹਾਜ਼ਰ ਸਨ। ਸੈਯਦ ਅਰ ਉਮਰਾਵ ਮੁਲਾਨੇ। ਫਿਰ ਸੈਯਦ ਉਮਰਾਵ ਜਿਹੜੇ ਮੁਲਾਣੇ ਲੋਕ ਨੇ ਖਰੇ ਰਹੇ ਕੁਛ ਗਇਓ ਨਾ ਜਾਣੇ। ਆ ਇਹ ਵੀ ਉੱਥੇ ਖਲੋਤੇ ਸੀ। ਇਹਨਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਲੋਪ ਹੋ ਗਿਆ ਸੀ। ਇਹ ਕਿਸੇ ਕੋ ਜਾਣਿਆ ਹੀ ਨਹੀਂ ਗਿਆ ਵੀ ਕੀ ਕਾਰਨ ਹੈ। ਮਹਾ ਫਤੂਰ ਧੂਰ ਜੁਤ ਬਾਯੂ। ਕਿਉਂਕਿ ਮਹਾਰਾਜ ਦਾ ਜਦੋਂ ਤੇਗ ਦਾ ਵਾਰ ਹੋਇਆ ਉਸੇ ਵੇਲੇ ਬਹੁਤ ਧੂੜ ਬਹੁਤ ਹਨੇਰੀ ਕਰਕੇ ਫਤੂਰ ਮਚ ਗਿਆ। ਬਹੀ ਵੇਗ ਤੇ ਪਿਖ ਨਾ ਸਕਾਇਓ। ਆ ਤੇਜ਼ ਹਵਾ ਵਗਣ ਕਰਕੇ ਕੋਈ ਵੇਖ ਹੀ ਨਹੀਂ ਸਕਿਆ ਵੀ ਮਹਾਰਾਜ ਦਾ ਸੀਸ ਕਿੱਥੇ ਗਿਆ ਹੈ। ਪੁਨ ਬਨਜਾਰਨ ਕੇ ਗਨ ਬੈ। ਫਿਰ ਅੱਜ ਦੀ ਜਿਹੜੀ ਗੱਲ ਵੇਖੋ, ਜਦੋਂ ਧੜ ਜਿਹੜਾ ਸੀ ਅਲੋਪ ਹੋਇਆ, ਵਣਜਾਰੇ ਜਿਹੜੇ ਤੁਹਾਡੇ ਸੌਦਾ ਪੱਤਾ ਲੈ ਕੇ ਆਉਂਦੇ ਆ ਉਹਨਾਂ ਦੇ ਬਾਦਸ਼ਾਹ ਜੀ ਬਲਦ ਨਿਕਲੇ ਸਨ। ਚਲੇ ਜਾਤ ਪਾਵਤ ਵੱਡ ਐਲ। ਉਹ ਵੀ ਜਦੋਂ ਜਾ ਰਹੇ ਸੀ ਉਹਨਾਂ ਦੇ ਜਾਣ ਕਰਕੇ ਬਹੁਤ ਹੀ ਮਿੱਟੀ ਅਸਮਾਨ ਵਿੱਚ ਉੱਡ ਰਹੀ ਸੀ। ਖਰੇ ਸੁਚੇਤ ਸਿਪਾਹੀ ਖਰੇ। ਸਿਪਾਹੀ ਤਾਂ ਮੇਰੇ ਬਾਦਸ਼ਾਹ ਜੀ ਸੁਚੇਤ ਹੋ ਕੇ ਉੱਥੇ ਖਲੋਤੇ ਸਨ ਧੜ ਦੇ ਰਖਵਾਲੀ ਕਰਨ ਲਈ। ਰਖਵਾਰੀ ਧਰ ਕੇ ਤਰ ਤਰੇ। ਜਿੱਥੇ ਬੋੜ ਦੇ ਦਰਖਤ ਦੇ ਹੇਠਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਪਿਆ ਸੀ, ਚੰਗੀ ਚੌਕਸਾਈ ਰਖਵਾਲੀ ਤਕੜਾਈ ਕੀਤੀ ਸੀ। ਛਪਿਓ ਤਬੈ ਨਹਿ ਕੀਨ ਬਿਲੋਕਨ। ਇਹ ਤਾਂ ਜਦੋਂ ਗੱਡਿਆਂ ਦੀ ਧੂੜ ਮਿੱਟੀ ਜੀ ਉੱਡੀ ਆ ਉਦੋਂ ਇੱਕਦਮ ਹੀ ਜਿਹੜਾ ਮਹਾਰਾਜ ਦਾ ਧੜ ਛਿਪ ਗਿਆ, ਲੋਪ ਹੋ ਗਿਆ, ਕਿਸੇ ਨੇ ਅੱਖਾਂ ਨਾਲ ਵੇਖਿਆ ਹੀ ਨਹੀਂ ਕਿਧਰੇ ਖੜਦੇ ਆ। ਸਭ ਦੇਸ਼ ਤੇ ਨਰ ਕੀਨੇ ਰੋਕਨ। ਫਿਰ ਅਸੀਂ ਸਾਰੇ ਪਾਸੇ ਜਿਹੜੇ ਲੋਕ ਜਾ ਰਹੇ ਸਨ ਚਾਂਦਨੀ ਬਾਜ਼ਾਰ ਵੱਲੋਂ ਉਹਨਾਂ ਨੂੰ ਰੋਕ ਰੋਕ ਕੇ ਤਲਾਸ਼ੀ ਕੀਤੀ ਕੱਲੇ ਕੱਲੇ ਦੀ। ਰਹੇ ਖੋਜ ਕਿਉਂ ਹੂੰ ਨਹਿ ਪਾਇਓ। ਇਹ ਬਾਦਸ਼ਾਹ ਜੀ ਅਸੀਂ ਚੰਗੀ ਤਰ੍ਹਾਂ ਖੋਜ ਕੀਤੀ ਹੈ, ਕਿਸੇ ਥਾਂ ਤੋਂ ਵੀ ਮਹਾਰਾਜ ਦਾ ਧੜ ਨਹੀਂ ਸਾਨੂੰ ਪ੍ਰਾਪਤ ਹੋਇਆ। ਅਦਮਤ ਸੋ ਕੁਛ ਬਸ ਨਾ ਬਸਾਇਓ। ਆ ਬਸ ਗੱਲ ਇਹ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤੀ ਹਨ, ਸਾਡਾ ਕੋਈ ਵਸ ਨਹੀਂ ਚੱਲਿਆ ਉਹਨਾਂ ਦੇ ਅੱਗੇ। ਸੁਨ ਸੁਨ ਹੌਲ ਹੋਤ ਔਰ ਸ਼ਾਹੂ। ਉਸ ਵੇਲੇ ਜਦੋਂ ਇਹ ਗੱਲ ਸੁਣੀ ਤਾਂ ਸੁਣ ਕੇ ਔਰੰਗਜ਼ੇਬ ਨੂੰ ਹੌਲ ਪੈਣ ਲੱਗ ਪਏ, ਅੰਦਰੋਂ ਬੜਾ ਘਬਰਾਹਟ ਜੀ ਹੋਈ, ਘਾਬਰ ਗਿਆ। ਤਉ ਨ ਕਹਿ ਸਕ ਹੈ ਕਿਸ ਪਾਹੂ। ਬਈ ਪਰ ਫੇਰ ਵੀ ਹੁਣ ਬਾਦਸ਼ਾਹ ਹੈ ਨਾ, ਅੰਦਰੋਂ ਤਾਂ ਡਰਿਆ ਹੈ ਪਰ ਆਪਣੇ ਡਰ ਦੀ ਗੱਲ ਬਾਹਰ ਸਿਪਾਹੀਆਂ 'ਚ ਜਾਂ ਆਪਣੇ ਅਫਸਰਾਂ 'ਚ ਥੋੜਾ ਪ੍ਰਗਟ ਕਰ ਸਕਦਾ ਵੀ ਇਹ ਹਾਸੀ ਕਰਨਗੇ, ਮਖੌਲ ਕਰਨਗੇ ਵੀ ਔਰੰਗਜ਼ੇਬ ਵੇਖੋ ਘਾਬਰਦਾ ਹੈ। ਰਾਤ ਪਰ ਬਿਰਤੀ ਚਿੰਤ ਅਧੀਨਾ। ਕਹਿੰਦੇ ਰਾਤ ਪੈ ਗਈ ਚਿੰਤਾ ਦੇ ਵਿੱਚ ਹੀ ਇਸ ਨੂੰ, ਜਦੋਂ ਅੱਧੀ ਰਾਤ ਦਾ ਸਮਾਂ ਹੋਇਆ। ਰੁਚ ਕਰ ਖਾਨਾ ਖਾਨ ਨਾ ਕੀਨਾ। ਪਹਿਲਾਂ ਤਾਂ ਸੌਣ ਲੱਗਿਆ ਵੀ ਔਰੰਗਜ਼ੇਬ ਨੇ ਰੁਚੀ ਦੇ ਨਾਲ ਕੋਈ ਖਾਣਾ ਨਹੀਂ ਖਾਧਾ, ਕੋਈ ਭੋਜਨ ਨਹੀਂ ਛਕਿਆ। ਜਬ ਪਰ ਅੰਕ ਪਰ ਪਹੁੰਚਿਓ ਪਾਪੀ। ਤੇ ਜਦੋਂ ਪਾਪੀ ਕਹਿੰਦੇ ਸੌਣ ਵਾਸਤੇ ਜਾ ਕੇ ਪਲੰਘੇ ਦੇ ਉੱਤੇ ਲੰਮੇ ਪੈ ਗਿਆ ਦੁਸ਼ਟ। ਹਿਤ ਸੁਖਤਨ ਕੇ ਨਿੰਦਰਾ ਵਿਆਪੀ। ਆ ਉਸ ਵੇਲੇ ਕਹਿੰਦੇ ਵੀ ਸੌਣ ਦੇ ਲਈ ਜਦੋਂ ਲੰਮੇ ਪਿਆ ਹੈ ਤਾਂ ਨੀਂਦ ਆਈ ਸੀ ਹਜਾਏ। ਮਤੀ ਦਾਸ ਜੋ ਗੁਰੂ ਦੀਵਾਨ। ਜੋ ਸ਼ਹੀਦ ਭਾਈ ਮਤੀ ਦਾਸ ਗੁਰੂ ਘਰ ਦਾ ਦੀਵਾਨ ਸੀ। ਪ੍ਰਥਮ ਸ਼ਹੀਦ ਭਇਓ ਤੇ ਸਥਾਨ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੀ ਜਿਹਨੂੰ ਸ਼ਹੀਦ ਕੀਤਾ ਗਿਆ ਉਸੇ ਥਾਂ ਤੇ। ਅਪਰਾਧੀ ਕੇ ਢਿਗ ਚੱਲ ਗਇਓ। ਉਸ ਸ਼ਹੀਦ ਦਾ ਜਿਹੜਾ ਸਰੂਪ ਸੀ ਨਾ, ਸ਼ਹੀਦ ਜਿਹੜੇ ਹੁੰਦੇ ਜਿੱਥੇ ਮਰਜੀ ਪਹੁੰਚ ਜਾਂਦੇ, ਸ਼ਹੀਦੀ ਪਹਿਰਾ ਲਾ ਦਿੰਦੇ ਆ। ਭਾਈ ਮਤੀ ਦਾਸ ਇਹ ਸੋਚ ਕੇ ਵੀ ਮੈਂ ਤਾਂ ਰੁਕ ਰਿਹਾ, ਮੇਰੇ ਗੁਰੂ ਨੇ ਮੈਨੂੰ ਰੋਕਿਆ ਸੀ, ਪਰ ਫਿਰ ਹੁਣ ਇਹਨੇ ਮੇਰੇ ਪਾਤਸ਼ਾਹ ਨੂੰ ਵੀ ਸ਼ਹੀਦ ਕੀਤਾ। ਔਰੰਗੇ ਅਪਰਾਧੀ ਪਾਪੀ ਦੇ ਕੋਲ ਗਿਆ ਮਤੀ ਦਾਸ। ਅਦਕ ਕ੍ਰੋਧ ਹਿਰਦੇ ਉਪਜਾਇਓ। ਤੇ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਕ੍ਰੋਧ ਜਾ ਕੇ ਕੀਤਾ ਮਤੀ ਦਾਸ ਜੀ ਨੇ। ਤਉ ਗੁਰੂ ਤੇ ਤਰਹਿ ਤਰਾਸ।
ਤਉ ਗੁਰੂ ਤੇ ਧਾਰ ਹੈ ਤਰਾਸ। ਚਾਹੁੰਦਾ ਤੇ ਇਹ ਆ ਵੀ ਮੈਂ ਔਰੰਗਜ਼ੇਬ ਨੂੰ ਇੱਥੇ ਹੀ ਨਾਸ ਕਰਦੇ ਆ, ਖਤਮ ਕਰਦੇ ਆ, ਪਰ ਫੇਰ ਵੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਡਰਦਾ ਹੈ ਵੀ ਮੇਰੇ ਗੁਰੂ ਨੇ ਰੋਕਿਆ ਹੈ। ਨਹਿ ਪਾਪੀ ਕੋ ਕੀਨ ਬਿਨਾਸ਼, ਨਹਿ ਪਾਪੀ ਕੋ ਕੀਨ ਬਿਨਾਸ਼। ਅਤੇ ਪਾਪੀ ਦਾ ਨਾਸ਼ ਤਾਂ ਨਹੀਂ ਕੀਤਾ, ਵੀ ਪਾਪੀ ਦਾ ਅੰਤ ਤਾਂ ਭਾਈ ਮਤੀ ਦਾਸ ਜੀ ਨੇ ਨਹੀਂ ਕੀਤਾ। ਪਾਟੀ ਤਪ ਪਰ ਅੰਕ ਕੀ ਗਹੇ, ਪਰ ਜਿਸ ਪਲੰਗੇ ਦੇ ਸੁੱਤਾ ਸੀ ਉਹਦੀ ਇੱਕ ਬਾਹੀ ਆਪਣੇ ਹੱਥਾਂ ਦੇ ਵਿੱਚ ਫੜ ਲਈ। ਡਾਰਿਓ ਉਲਟ ਗਿਰਿਓ ਤਰ ਤਹੀਂ, ਬਾਹਾਂ ਦੇ ਬਲ ਦੇ ਨਾਲ ਕਹਿੰਦੇ ਵੀ ਮੂਧਾ ਕਰ ਦਿੱਤਾ। ਸੁੱਤਾ ਹੋਇਆ ਔਰੰਗਜ਼ੇਬ ਧਰਤੀ ਤੇ ਡਿੱਗ ਪਿਆ ਮੂਧਾ। ਪੜ ਪੜਾਏ ਠਾਂਡੋ ਹੋਏ ਗਇਓ, ਤੇ ਇੱਕਦਮ ਸੁੱਤਾ ਹੋਇਆ ਜਦੋਂ ਵੇਖਿਆ ਵੀ ਪਲੰਗਾ ਉਲਟ ਗਿਆ ਹੈ ਤੇ ਧਰਤੀ ਤੇ ਡਿੱਗਾ ਹੈ, ਹੜਬੜਾ ਕੇ ਘਬਰਾ ਕੇ ਇੱਕਦਮ ਉੱਠਿਆ ਔਰੰਗਜ਼ੇਬ। ਸ਼ਬਦ ਸ਼ਰਵਨ ਮਹਿ ਇਮ ਸੁਨ ਲਇਓ, ਉਸੇ ਵੇਲੇ ਕਹਿੰਦੇ ਵੀ ਜਦੋਂ ਘਾਬਰ ਕੇ ਉੱਠਿਆ ਹੈ ਨਾ, ਸ਼ਬਦ ਸ਼ਰਵਨ ਮੈਂ ਇਮ ਸੁਨ ਲਇਓ, ਤੇ ਇਹਦੇ ਕੰਨਾਂ 'ਚ ਵੀ ਇਸ ਤਰ੍ਹਾਂ ਦੀ ਮਤੀ ਦਾਸ ਦੇ ਆਵਾਜ਼ ਆਈ ਹੈ। ਦਿੱਲੀ ਪੁਰ ਮੈਂ ਜੇ ਸੁਪਤੇ ਹੈ, ਇਹ ਪਾਪੀ ਦੁਸ਼ਟਾ, ਜੇ ਅੱਜ ਤੋਂ ਬਾਅਦ ਤੂੰ ਦਿੱਲੀ ਸ਼ਹਿਰ ਦੇ ਵਿੱਚ ਰਾਤ ਨੂੰ ਸੁੱਤਾ ਨਾ ਕਿਸੇ ਦਿਨ ਵੀ, ਪ੍ਰਾਨ ਬਿਨਾਸ਼ ਆਪਣੇ ਪੈ ਹੈ, ਤੇਰੇ ਪ੍ਰਾਣਾਂ ਦਾ ਨਾਸ ਹੋ ਜਾਊਗਾ, ਤੈਨੂੰ ਜਿਉਂਦਿਆਂ ਨਹੀਂ ਰਹਿਣ ਦੇਵਾਂਗਾ। ਵਹਿਰ ਨਗਰ ਤੇ ਨਿਕਸ ਸਿਧਾਵਾ, ਜੇ ਆਪਣਾ ਭਲਾ ਚਾਹੁੰਦਾ ਏ ਤਾਂ ਦਿੱਲੀ ਸ਼ਹਿਰ ਤੋਂ ਬਾਹਰ ਨਿਕਲ ਜਾ ਦੁਸ਼ਟਾ। ਪਰਾ ਲਬਦ ਲਓ ਜੀਵਨ ਪਾਵਾ, ਜਿੰਨੀ ਪਰਾ ਲੱਭਦਾ, ਜਿੰਨੀ ਤੇਰੀ ਜ਼ਿੰਦਗੀ ਆ, ਜੇ ਬਾਹਰ ਰਹੇਗਾ ਤੇ ਭੋਗੇਗਾ, ਨਹੀਂ ਤੇ ਉਹ ਵੀ ਨਹੀਂ ਭੋਗਣ ਦਵਾਂਗੇ। ਬਾਹਰ ਨਰਕ ਮਹਿ ਪਾਈ ਸਜਾਈ, ਤੇ ਮਰ ਕੇ ਤਾਂ ਤੂੰ ਨਰਕਾਂ 'ਚ ਜਾਣਾ ਹੀ ਆ ਦੁਸ਼ਟਾ, ਜਿਉਂਦੇ ਜੀ ਦਿੱਲੀ 'ਚੋਂ ਬਾਹਰ ਹੋ ਜਾ। ਇਸ ਤਰ੍ਹਾਂ ਦੇ ਆਵਾਜ਼ ਭਾਈ ਮਤੀ ਦਾਸ ਦਾ ਸਰੂਪ ਦਿਖਿਆ ਤਾਂ ਨਹੀਂ ਉਹ ਰੰਗੇ ਨੂੰ, ਪਰ ਕੰਨਾਂ 'ਚ ਆਵਾਜ਼ ਆਈ ਜਦੋਂ ਮੰਜਾ ਪਲਟਾ ਕੇ ਥੱਲੇ ਸੁੱਟਿਆ। ਕੰਨਾਂ 'ਚ ਆਵਾਜ਼ ਇਹ ਆਈ ਆ ਵੀ ਦਿੱਲੀ ਦੇ ਵਿੱਚ ਸੌਣਾ ਨਹੀਂ, ਜੇ ਅੱਜ ਤੋਂ ਬਾਅਦ ਦਿੱਲੀ ਵਿੱਚ ਸੌਵੇਂਗਾ ਤਾਂ ਤੇਰੀ ਜਿੰਨੀ ਜ਼ਿੰਦਗੀ ਉਹ ਤੋਂ ਪਹਿਲਾਂ ਹੀ ਮਾਰ ਦੂੰਗਾ, ਤੇ ਜੇ ਬਾਹਰ ਜਾਵੇਂਗਾ ਤਾਂ ਆਪਣੀ ਉਮਰ ਭੋਗ ਕੇ ਮਰੇਗਾ, ਤੇ ਜਾਣਾ ਤੇ ਦੁਸ਼ਟਾ ਤੂੰ ਨਰਕਾਂ 'ਚ ਹੀ ਹੈ, ਨਰਕਾਂ 'ਚ ਪਵੇਂਗਾ। ਗੁਰੂ ਅਵਗਿਆ ਅਦਕ ਕਮਾਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਤੂੰ ਬੇਅਦਬੀ ਕੀਤੀ ਹੈ। ਸੁਣਤ ਤਰਾਸ ਧਰ ਦਾਸ ਬੁਲਾਏ, ਜਦੋਂ ਇਹ ਆਵਾਜ਼ ਸੁਣੀ ਤਾਂ ਸੁਣ ਕੇ ਔਰੰਗਜ਼ੇਬ ਕੰਬ ਗਿਆ, ਆਪਣੇ ਨੌਕਰਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ, ਕੋਈ ਹੈਗਾ ਕਿ ਮਰ ਗਏ ਉਹ। ਖਰੇ ਸਮੀਪ ਕਰੇ ਸਮੁਦਾਏ, ਤੇ ਫਿਰ ਆਪਣੇ ਚਾਰ ਸਫੇਰੇ ਖੜੇ ਕੀਤੇ, ਕਹਿੰਦਾ ਇੱਥੇ ਮੇਰੇ ਲਾਗੇ ਹੀ ਖਲੋਤੇ ਰਹੋ ਹੁਣ। ਸੋਧਾ ਕਰਵਾਇਓ ਪਰਅੰਕ, ਤੇ ਪਲੰਗਾ ਜਿਹੜਾ ਪੁੱਠਾ ਕਰਤਾ ਸੀ ਭਾਈ ਮਤੀ ਦਾਸ ਜੀ ਨੇ ਸਿਪਾਹੀਆਂ ਨੂੰ ਕਹਿ ਕੇ ਨੇ ਸਿੱਧਾ ਕਰਵਾਇਆ। ਪੌੜਿਓ ਪੁੰਨ ਭੈ ਭੀਤ ਸਸ਼ੰਕ, ਤੇ ਬਹੁਤ ਹੀ ਚਿੰਤਾ ਦੇ ਨਾਲ ਡਰਿਆ ਕੰਬਿਆ, ਤਰੇਲੀਆਂ ਆ ਰਹੀਆਂ, ਔਰੰਗਜ਼ੇਬ ਲੰਮੇ ਪਿਆ ਹੈ। ਨੀਂਦ ਨਾ ਪਾਏ ਨਾ ਜੁਟੇ ਬਿਲੋਚਨ, ਅੱਖਾਂ 'ਚ ਨੀਂਦ ਤਾਂ ਨਹੀਂ ਆਈ ਤੇ ਨਾ ਹੀ ਅੱਖਾਂ ਬੰਦ ਹੋਈਆਂ ਤੇ ਨਾ ਸੁੱਤਾ ਗਿਆ। ਨਾਨਾ ਬਿਦ ਸੋਚਤ ਚਿਤ ਸੋਚਨ, ਨਾਨਾ ਤਰ੍ਹਾਂ ਦੇ ਨਾਲ ਚਿੱਤ ਦੇ ਵਿੱਚ ਚਿੰਤਾ ਦੀਆਂ ਸੋਚਾਂ ਵਿਚਾਰਾਂ ਕਰਦਿਆਂ ਰਾਤ ਲੰਘੀ ਇਸ ਦੀ। ਹੱਠ ਤੇ ਕਹਿਤ ਨਾ ਦੂਜੇ ਪਾਸ, ਤੇ ਪਰ ਡਰਿਆ ਤਾਂ ਬੜਾ ਏ, ਹੱਠ ਕਰਕੇ ਦੂਜੇ ਕਿਸੇ ਨੂੰ ਕੁਝ ਗੱਲ ਵੀ ਪ੍ਰਗਟ ਕਰਕੇ ਨਹੀਂ ਕਹਿੰਦਾ ਵੀ ਲੋਕ ਮਖੌਲ ਕਰਨਗੇ ਵੀ ਔਰੰਗਜ਼ੇਬ ਤਾਂ ਡਰਪੋਕ ਹੈ। ਅੰਦਰੋਂ ਐਨ ਡਰਿਆ ਹੈ, ਕੰਬਿਆ ਹੈ, ਦੁਖੀ ਹੈ, ਪਰ ਕਿਸੇ ਵਜ਼ੀਰ ਮੰਤਰੀ ਨੂੰ ਆਪਣਾ ਦੁੱਖ ਨਹੀਂ ਕਹਿੰਦਾ। ਹੋਏ ਨਾ ਹਜੋ ਹੀਏ ਇਹ ਤਰਾਸ, ਆਏ ਆਪਣੇ ਦਿਲ ਦਾ ਡਰ ਦਿਲ ਵਿੱਚ ਹੀ ਰੱਖਿਆ ਵੀ ਜੇ ਮੈਂ ਬਾਹਰ ਪ੍ਰਗਟ ਕੀਤਾ ਤੇ ਮੇਰੀ ਨਿੰਦਾ ਹੋਊਗੀ ਵੀ ਪਾਪੀ ਨੇ ਪਹਿਲਾਂ ਪਾਪ ਕੀਤਾ ਹੈ ਤੇ ਹੁਣ ਰਾਤ ਨੂੰ ਕਹਿੰਦੇ ਵੀ ਸੁੱਤਿਆਂ ਮੰਜੇ ਤੋਂ ਥੱਲੇ ਡਿੱਗ ਪੈਂਦਾ। ਜਾਗਤ ਸਗਰੀ ਰਾਤ ਬਿਤਾਈ, ਸਾਰੀ ਰਾਤ ਐਵੇਂ ਔਰੰਗੇ ਨੇ ਜਾਗਦਿਆਂ ਬਤੀਤ ਕੀਤੀ। ਖਰੇ ਬਾਹਰੂ ਪ੍ਰਾਤ ਸੋ ਆਈ, ਤੇ ਪਹਿਰੇਦਾਰ ਪਾਸ ਖਲੋਤੇ ਨੇ ਤੇ ਡਰਦਾ ਰਿਹਾ ਫੇਰ ਵੀ। ਆਦ ਨਿਵਾਜ ਅਨੇਕ ਉਪਚਾਰ, ਸੋ ਆਦ ਨਵਾਜ ਸਵੇਰੇ ਉੱਠਿਆ, ਨਵਾਜ ਪੜੀ, ਹੋਰ ਕਈ ਉਪਚਾਰ ਕੀਤੇ ਵੀ ਮੇਰਾ ਡਰ ਦੂਰ ਹੋ ਜਾਵੇ। ਕਰਤ ਭਇਓ ਮੱਜਨ ਕੋ ਧਾਰ, ਨਹਾ ਧੋ ਕੇ ਤਾਂ ਫਿਰ ਨਵਾਜ਼ਾਂ ਪੜਦਾ ਰਿਹਾ। ਰਿੰਦ ਕਲਾਮ ਪੜੀ ਬਹੁ ਬਾਰੀ, ਬੜੀਆਂ ਕਲਾਮਾਂ ਪੜੀਆਂ, ਕਈ ਵਾਰ ਮੰਤਰ ਪੜੇ ਵੀ ਮੇਰਾ ਰਾਤ ਵਾਲਾ ਹਾਲ ਫੇਰ ਨਾ ਹੋਵੇ।
ਵੀ ਮੈਂ ਨਵਾਜ਼ਾਂ ਪੜਾਂ ਕਲਮੇ ਪੜਾਂ, ਪਰ ਦੁਸ਼ਟ ਬੰਦੇ ਦੀ ਨਵਾਜ਼ ਵੀ ਕੀ ਕਹਿੰਦੀ ਹੈ। ਆਇਓ ਉਠ ਪੁਨ ਸਭਾ ਮਝਾਰੀ, ਆ ਦਿਨ ਹੋਇਆ ਤਾਂ ਸਭਾ ਦੇ ਵਿੱਚ ਆਉਣਾ ਹੀ ਪੈਣਾ ਸੀ। ਅਣਮਣਾ ਜਿਹਾ ਹੋ ਕੇ ਦੁਸ਼ਟ ਅਰੰਗਾ ਸਭਾ ਵਿੱਚ ਆ ਗਿਆ। ਬੀਤਿਓ ਜਥਾ ਦੁਸ਼ਟ ਕੇ ਸੰਗ, ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤੋਂ ਬਾਅਦ ਹੋਰ ਵੀ ਇਸ ਦੁਸ਼ਟ ਅਰੰਗੇ ਦੇ ਉੱਤੇ ਜਿਵੇਂ ਬਤੀਤ ਹੋਈ, ਇਸ ਨੂੰ ਜਿਵੇਂ ਹੋਰ ਘਟਨਾਵਾਂ ਵਾਪਰੀਆਂ। ਕਹੂੰ ਬਾਹਰ ਮੈਂ ਅਖਲ ਪ੍ਰਸੰਗ, ਬਾਕੀ ਜਿਹੜਾ ਪ੍ਰਸੰਗ ਹੈ ਨਾ ਉਹ ਕਹਿੰਦੇ ਵੀ ਮੈਂ ਫੇਰ ਕਹਾਂਗਾ ਅੱਗੇ ਜਾ ਕੇ। ਦਿੱਲੀ ਮੈਂ ਨਹਿ ਸੁਪਤਨ ਪਾਇਓ, ਇੰਨੀ ਗੱਲ ਪੱਕੀ ਆ ਵੀ ਜਿਸ ਦਿਨ ਮਹਾਰਾਜ ਸਾਹਿਬ ਜੀ ਸ਼ਹੀਦ ਹੋਏ, ਭਾਈ ਮਤੀ ਦਾਸ ਜੀ ਨੇ ਮੰਜਾ ਉਲਟਾਇਆ, ਫੇਰ ਉਹ ਰੰਗਜੇਬ ਦਿੱਲੀ 'ਚ ਨਹੀਂ ਸੌਂ ਪਾਇਆ ਮਰਨ ਤਿੱਕਰ। ਰਹਿਓ ਵਹਿਰੇ ਹੀ ਔਰ ਡਰ ਪਾਇਓ, ਆ ਦਿੱਲੀ ਤੋਂ ਬਾਹਰ ਹੀ ਡਰਦਾ ਹੋਇਆ ਰਾਤ ਜਾ ਕੇ ਸੌਂਦਾ ਰਿਹਾ। ਦਿਨ ਦੇ ਸਮੇਂ ਜ਼ਰੂਰ ਆ ਜਾਂਦਾ ਰਿਹਾ ਹੈ ਆਪਣੀ ਕਚਹਿਰੀ ਦੇ ਵਿੱਚ, ਪਰ ਰਾਤ ਦੇ ਸਮੇਂ ਬਾਹਰ ਜਾ ਕੇ ਸੌਂਦਾ ਰਿਹਾ। ਏਠਾਂ ਦਵਾਦਸ ਪੂਰਨ ਰਾਸ, ਇਸ ਥਾਂ ਤੇ ਕਵੀ ਜੀ ਕਹਿੰਦੇ ਹੁਣ ਮੈਂ ਜੋ ਗ੍ਰੰਥ ਲਿਖਿਆ ਦੀ 12ਵੀਂ ਰਾਸ ਪੂਰੀ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚਖੰਡ ਜਾਣ ਨਾਲ। ਜਿਮ ਰਵ ਵਰਤੈ 12 ਮਾਸ, ਆ ਜਿਵੇਂ ਸੂਰਜ 12 ਮਹੀਨਿਆਂ 'ਚ ਵਰਤਦਾ ਹੈ, ਇਸੇ ਤਰ੍ਹਾਂ ਜਿਵੇਂ ਇਹ ਕਥਾ ਕਵੀ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਨਾਮ ਕਿਉਂ ਰੱਖਿਆ, ਇਹ ਸਾਰੀ ਹੁਣ ਵਿਆਖਿਆ ਕਵੀ ਜੀ ਕਰਨਗੇ। ਇਥੋਂ ਤੀਕਰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਸੰਗ ਕਹੇ। ਇਹ ਤੋਂ ਬਾਅਦ ਫਿਰ ਅੱਗੇ ਜੋ ਰੁੱਤਾਂ ਦੀ ਆਰੰਭਤਾ ਹੋਏਗੀ। ਪਹਿਲੀ ਰੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ। ਸੀਸ ਜਿਵੇਂ ਅਨੰਦਪੁਰ ਸਾਹਿਬ ਪਹੁੰਚਦਾ ਹੈ, ਮਹਾਰਾਜ ਦੇ ਸੀਸ ਦਾ ਜਿਵੇਂ ਸੰਸਕਾਰ ਹੁੰਦਾ ਹੈ, ਉਹ ਕਥਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਦੇ ਵਿੱਚ ਹੀ ਆਵੇਗੀ। ਇੱਥੇ ਕਵੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਸਮਾਪਤ ਕੀਤੀ ਹੈ। ਮਹਾਰਾਜ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਲੱਖੀ ਸ਼ਾਹ ਬਣਜਾਰੇ ਸਿੱਖਾਂ ਨੇ ਕੀਤਾ ਹੈ। ਔਰੰਗਜ਼ੇਬ ਜਿਹੜਾ ਇਹ ਦੁਸ਼ਟ ਡਰਦਾ ਫਿਰ ਉਸ ਤੋਂ ਬਾਅਦ ਰਾਤ ਦਿੱਲੀ ਨਹੀਂ ਸੁੱਤਾ ਕਦੀ ਵੀ, ਸਦਾ ਨਗਰ ਤੋਂ ਬਾਰ-ਬਾਰ ਹੀ ਜਾ ਕੇ ਸੌਂਦਾ ਰਿਹਾ। ਜਿਵੇਂ ਇਹਨੇ ਕੰਨਾਂ 'ਚ ਬੋਲ ਸੁਣੇ ਸਨ ਵੀ ਜੇ ਫੇਰ ਆਇਆ ਤੇ ਤੈਨੂੰ ਮਾਰ ਦਿਆਂਗੇ। ਸੋ ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਕਥਾ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਵੀ ਪੰਥ ਮਨਾ ਰਿਹਾ ਹੈ ਇਸੇ ਸਾਲ 1 ਮਈ ਨੂੰ। ਉਹਨਾਂ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੀ ਕਥਾ ਕਹਿੰਦਿਆਂ ਸੁਣਦਿਆਂ ਹਾਜ਼ਰੀ ਭਰਦਿਆਂ ਬੇਅੰਤੀ ਭੁੱਲਾਂ ਗਲਤੀਆਂ ਹੋਈਆਂ ਨੇ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦਾ ਬਖਸ਼ਣਹਾਰ ਹੈ, ਬਖਸ਼ ਲੈਣਾ। ਆਓ ਸਾਰੀ ਸੰਗਤ ਹੀ ਮਹਾਰਾਜ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਸੰਪੂਰਨਤਾ ਤੇ ਅਰਦਾਸ ਦੇ ਵਿੱਚ ਹਾਜ਼ਰੀ ਭਰੀਏ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦਿਆਂ ਨਗਰ ਕੀਰਤਨ ਸਜਾਏ ਗਏ ਨੇ। ਕੱਲ ਨੂੰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਮੇਂ ਦੀਵਾਨ ਸੱਜਣਗੇ। ਆਪ ਸੰਗਤਾਂ ਨੇ ਸਾਰਾ ਦਿਨ ਜੋ ਦੀਵਾਨ ਸੱਜਣੇ, ਇਹਨਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ। ਕੱਲ ਨੂੰ ਸ਼ਾਮ ਦੀ ਕਥਾ ਦੇ ਵਿੱਚ ਵੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਕਥਾ ਪ੍ਰਸੰਗ ਕਹਾਂਗੇ। ਉਹ ਤੋਂ ਬਾਅਦ ਫਿਰ ਪਰਸੋਂ ਤੋਂ ਜਿਵੇਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਲੜੀਵਾਰ ਜੋ ਕਥਾ ਹੈ ਉਹ ਵੀ ਆਰੰਭ ਹੋ ਜਾਵੇਗੀ। ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ, ਸੰਗਤ ਗੁਰੂ ਸਾਹਿਬ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।